स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸਾਡੀ ਗੁਰਬਾਣੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਾਡੇ ਲਈ ਵਾਤਾਵਰਣ ਦੀ ਮਹੱਤਤਾ ਕੀ ਹੈ। ਜਦੋਂ ਸਾਡੇ ਗੁਰੂ ਮਹਾਰਾਜ ਗੁਰੂ ਸਾਹਿਬਾਨਾਂ ਨੇ ਇਸ ਪਵਿੱਤਰਤਾ ਦਾ ਇੰਨਾ ਧਿਆਨ ਰੱਖਿਆ ਗਿਆ ਤੇ ਅਸੀਂ ਉਸ ਪਵਿੱਤਰਤਾ ਦਾ ਕਿੰਨਾ ਕੁ ਧਿਆਨ ਰੱਖ ਰਹੇ ਹਾਂ। ਜਿੱਥੇ ਜਲ ਨੂੰ ਪਿਤਾ ਕਿਹਾ ਗਿਆ, ਪਾਣੀ ਨੂੰ ਪਿਤਾ ਕਿਹਾ ਗਿਆ ਤੇ ਅਸੀਂ ਉਸ ਪਿਤਾ ਦਾ ਕੀ ਨਿਰਾਦਰ ਕਰ ਰਹੇ ਹਾਂ, ਉਹ ਸ਼ਾਇਦ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਤੇ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਇਹਨਾਂ ਚੀਜ਼ਾਂ ਲਈ ਅਸੀਂ ਤਰਸਾਂਗੇ, ਪਵਨ ਪਾਣੀ ਲਈ ਅਸੀਂ ਤਰਸਾਂਗੇ। ਵਾਰ-ਵਾਰ ਅਸੀਂ ਦਲੀਲਾਂ ਅਪੀਲਾਂ ਕਰਦੇ ਹਾਂ, ਡਿਬੇਟਾਂ ਅਜਿਹੀਆਂ ਚੱਲਦੀਆਂ ਰਹਿੰਦੀਆਂ ਨੇ, ਪਰ ਉਹਨਾਂ ਦਾ ਅਸਰ ਕਿੰਨਾ ਕੁ ਹੁੰਦਾ ਜ਼ਮੀਨੀ ਪੱਧਰ ਤੇ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ। ਸਰਕਾਰਾਂ ਵੀ ਹਾਲ ਦੁਹਾਈ ਬੜੀਆਂ ਪਾਉਂਦੀਆਂ ਨੇ, ਕਿਸਾਨਾਂ ਨੂੰ ਅਪੀਲਾਂ ਦਲੀਲਾਂ ਵੀ ਕੀਤੀਆਂ ਜਾਂਦੀਆਂ ਨੇ ਔਰ ਸਾਰਾ ਠੀਕਰਾ ਮੁੜ ਕੇ ਕਿਸਾਨਾਂ ਦੇ ਸਿਰ ਹੀ ਭੰਨਿਆ ਜਾਂਦਾ। ਪਰ ਕਿਸਾਨ ਆਗੂ ਕਹਿੰਦੇ ਨੇ ਜਾਂ ਕਿਸਾਨ ਭਾਈਚਾਰਾ ਕਹਿੰਦਾ ਕਿ ਸਾਡੇ ਘਰ ਵੀ ਦਾਣੇ ਭੁੱਜਣੇ ਚਾਹੀਦੇ ਨੇ, ਸਾਡੇ ਨਿਆਣਿਆਂ ਦੇ ਘਰਾਂ ਨੂੰ ਵੀ ਸਕੂਲ ਜਾਣਾ, ਸਾਡੇ ਵੀ ਘਰ ਚੱਲਣੇ ਨੇ। ਉਹ ਕਿਵੇਂ ਚੱਲਣਗੇ, ਇਹ ਸਾਰਿਆਂ ਦੇ ਸੋਚਣ ਦੀ ਜ਼ਿੰਮੇਵਾਰੀ ਬਣਦੀ ਹੈ, ਇਕੱਲੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈ। ਅਜਿਹੇ ਦੇ ਵਿੱਚ ਕੀ ਅਜਿਹਾ ਹੰਬਲਾ ਮਾਰਿਆ ਜਾਵੇ ਕਿ ਸਾਡਾ ਪੰਜਾਬ ਮਾਰੂਥਲ ਨਾ ਬਣੇ, ਕਿਉਂਕਿ ਲਗਾਤਾਰ ਅਸੀਂ ਮਾਰੂਥਲ ਵੱਲ ਵੱਧਦੇ ਜਾ ਰਹੇ ਹਾਂ। ਲਗਾਤਾਰ ਅਸੀਂ ਹਰ ਸਾਲ ਇਹ ਕਹਿੰਦੇ ਹਾਂ ਕਿ ਅਗਲੀ ਵਾਰੀ ਅਜਿਹਾ ਕੁਝ ਹੋਣਾ ਚਾਹੀਦਾ ਕਿ ਝੋਨੇ ਦਾ ਰਕਬਾ ਘਟ ਜਾਵੇ। ਪਰ ਝੋਨੇ ਦਾ ਰਕਬਾ ਘਟੇਗਾ ਕਿਵੇਂ ਜਦੋਂ ਹੋਰ ਫਸਲਾਂ ਸੜਕਾਂ ਤੇ ਰੁਲਦੀਆਂ ਨੇ, ਹੋਰ ਫਸਲਾਂ ਦਾ ਮੰਡੀਕਰਨ ਨਹੀਂ ਹੁੰਦਾ ਤਾਂ ਕੀ ਕਿਸ ਕਿਸਾਨ ਦਾ ਜਿਗਰਾ ਪਵੇਗਾ ਕਿ ਉਹ ਝੋਨਾ ਛੱਡ ਕੇ ਕਿਸੇ ਹੋਰ ਫਸਲ ਵੱਲ ਜਾਵੇਗਾ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਮਹਿਮਾਨਾਂ ਦੇ ਨਾਲ ਕਰਾ ਦਿੰਦੇ ਹਾਂ, ਫਿਰ ਅੱਗੇ ਵਧਦੇ ਹਾਂ। ਸਾਡੇ ਨਾਲ ਉਮਿੰਦਰ ਦੱਤ ਜੀ ਮੌਜੂਦ ਨੇ, ਕਾਰਜਕਾਰੀ ਡਾਇਰੈਕਟਰ ਨੇ ਖੇਤੀ ਵਿਰਾਸਤ ਮਿਸ਼ਨ ਦੇ। ਕੇਐਸ ਪੰਨੂ ਸਾਹਿਬ ਮੌਜੂਦ ਨੇ, ਸਕੱਤਰ ਨੇ ਖੇਤੀਬਾੜੀ ਪੰਜਾਬ ਦੇ। ਡਾਕਟਰ ਹਰਿੰਦਰ ਜੀਰਾ ਸਾਹਿਬ ਆਗੂ ਨੇ ਨਵਾਂ ਪੰਜਾਬ ਪਾਰਟੀ ਦੇ। ਡਾਕਟਰ ਕੇਜੀ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ, ਮਾਹਰ ਨੇ ਪੀਏਯੂ ਤੋਂ। ਮੇਹਰ ਸਿੰਘ ਠੇੜੀ ਸਾਹਿਬ ਮੌਜੂਦ ਨੇ, ਕਿਸਾਨ ਆਗੂ ਨੇ ਬੀਕੇਯੂ ਸਿੱਧੂਪੁਰ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ ਥੋੜੇ ਆંકੜੇ ਨੇ ਜਿਹੜੇ ਸਾਡੇ ਤੱਕ ਆਏ ਨੇ, ਉਹ ਆંકੜੇ ਦਰਸ਼ਕਾਂ ਤੱਕ ਸਾਂਝੇ ਕਰਨੇ ਬੜੇ ਜ਼ਰੂਰੀ ਨੇ। ਹਾਲਾਂਕਿ ਇਹ ਕਿਹਾ ਜਾਂਦਾ ਕਿ ਸ਼ਾਇਦ ਵਧਾ ਚੜਾ ਕੇ ਆંકੜੇ ਦੱਸੇ ਜਾਂਦੇ ਨੇ, ਪਰ ਆંકੜੇ ਦੱਸਣ ਦਾ ਮਕਸਦ ਸਿਰਫ ਇਹ ਹੁੰਦਾ ਕਿ ਅਸੀਂ ਗੰਭੀਰ ਹੋ ਜਾਈਏ, ਅਸੀਂ ਚਿੰਤਾ ਦੇ ਵਿੱਚ ਆ ਜਾਈਏ ਕਿ ਆਉਣ ਵਾਲਾ ਸਮਾਂ ਸਾਡੇ ਲਈ ਮਾੜਾ ਹੈ। ਪਾਣੀ ਤੋਂ ਬਿਨਾਂ ਵੀ ਸਾਨੂੰ ਜ਼ਿੰਦਗੀ ਬਤੀਤ ਕਰਨੀ ਪੈ ਸਕਦੀ ਹੈ, ਜਿਹੜੀ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜੇ ਪਾਣੀ ਦੀ ਬਰਬਾਦੀ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ 25 ਸਾਲ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਮਾਰੂਥਲ ਬਣ ਜਾਏਗਾ। ਇਹ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਕਹਿੰਦੀ ਹੈ। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੇ ਵਿੱਚ 165% ਦੀ ਕਮੀ ਆਈ ਹੈ। ਮਾਲਵੇ ਦੇ ਵਿੱਚ 70% ਪਾਣੀ ਨਮਕ ਦੀ ਮੌਜੂਦਗੀ ਕਰਕੇ ਸਿੰਜਾਈ ਲਾਇਕ ਨਹੀਂ ਰਿਹਾ। ਖੇਤੀਬਾੜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਮੀਨ ਹੇਠਲੇ ਪਾਣੀ ਦਾ ਸ਼ੋਸ਼ਣ ਕੀਤਾ ਗਿਆ। ਇਹ ਸਾਰੀਆਂ ਰਿਪੋਰਟ ਫੈਕਟ ਨੇ। 138 ਦੇ ਵਿੱਚੋਂ 109 ਬਲਾਕਸ ਦੇ ਵਿੱਚ ਪਾਣੀ ਦਾ ਹੱਦ ਤੋਂ ਵੱਧ ਸ਼ੋਸ਼ਣ ਕੀਤਾ ਗਿਆ। ਟਿਊਬਵੈਲਾਂ ਦੀ ਵੱਧਦੀ ਤਾਦਾਦ ਕਰਕੇ ਜ਼ਮੀਨ ਹੇਠਲੇ ਪਾਣੀ ਦੇ ਵਿੱਚ ਕਮੀ ਆਈ। ਪੰਜਾਬ ਦੇ ਵਿੱਚ ਫਿਲਹਾਲ 14 ਲੱਖ ਤੋਂ ਵੱਧ ਟਿਊਬਵੈਲ ਚੱਲ ਰਹੇ ਨੇ। ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਮੋਗਾ, ਪਠਾਨਕੋਟ ਅਤੇ ਪਟਿਆਲਾ ਸਣੇ ਕੁੱਲ 10 ਜ਼ਿਲ੍ਹੇ ਸਭ ਤੋਂ ਵੱਧ ਮਾਰ ਹੇਠ ਨੇ। 2020 ਤੱਕ ਭੂਮੀਗਤ ਪਾਣੀ ਮੁਕਤ ਹੋ ਜਾਣ ਵਾਲੇ 21 ਸ਼ਹਿਰਾਂ ਦੇ ਵਿੱਚੋਂ 5 ਸ਼ਹਿਰ ਪੰਜਾਬ ਦੇ ਨੇ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਦੇ ਵਿੱਚ ਭੂਮੀਗਤ ਪਾਣੀ ਖਤਮ ਹੋ ਸਕਦਾ ਹੈ 2020 ਤੱਕ, ਇਹ ਅਨੁਮਾਨ ਲਾਇਆ ਜਾ ਰਿਹਾ ਹੈ। ਮੀਂਹ ਘੱਟ ਪੈਣ ਨਾਲ ਪਾਣੀ ਦੇ ਸਰੋਤ ਖਤਮ ਹੋਣ ਦੇ ਕਗਾਰ ਤੇ ਪੁੱਜ ਗਏ ਨੇ। ਦੇਸ਼ ਦੇ 84% ਸਬ ਡਿਵੀਜ਼ਨਾਂ ਦੇ ਵਿੱਚ ਘੱਟ ਮੀਂਹ ਦਰਜ ਕੀਤਾ ਗਿਆ। ਫਿਲਹਾਲ ਤੱਕ ਦੀ ਇਹ ਰਿਪੋਰਟ ਹੈ। ਇਹ ਰਿਪੋਰਟ ਕਿੰਨੀ ਗੰਭੀਰ ਹੈ ਤੁਸੀਂ ਸੋਚ ਸਕਦੇ ਹੋ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਲਾਂਗਾ, ਕਿਉਂਕਿ ਜਦੋਂ ਵੀ ਅਜਿਹੀ ਕੋਈ ਨੌਬਤ ਆਉਂਦੀ ਹੈ ਵਾਰ-ਵਾਰ ਅਸੀਂ ਦਲੀਲਾਂ ਅਪੀਲਾਂ ਕਰਦੇ ਹਾਂ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਦੋ ਤਰ੍ਹਾਂ ਦੀ ਮੰਨੀ ਜਾਂਦੀ ਹੈ, ਇੱਕ ਸਰਕਾਰ ਦੀ, ਇੱਕ ਸਭ ਤੋਂ ਵੱਧ ਪਾਣੀ ਦੀ ਵੇਸਟੇਜ ਜਿਸ ਦਾ ਇਲਜ਼ਾਮ ਲੱਗਦਾ ਉਹ ਕਿਸਾਨਾਂ ਦੀ। ਮੈਂ ਤੁਹਾਡੇ ਵੱਲੋਂ ਜਾਣਨਾ ਚਾਹੁੰਦਾ ਕਿ ਵਾਰ-ਵਾਰ ਤੁਸੀਂ ਕਹਿੰਦੇ ਹੋ ਕਿ ਝੋਨਾ ਤੁਸੀਂ ਲੇਟ ਵੀ ਲਵਾਤਾ, ਕਿ ਥੋੜਾ ਲੇਟ ਲਾਇਆ ਜਾਵੇ ਜਿਸ ਕਰਕੇ ਪਾਣੀ ਦੀ ਕਿੱਲਤ ਖਤਮ ਹੋਵੇ। ਇਹ ਵੀ ਵਾਰ-ਵਾਰ ਕਿਹਾ ਜਾਂਦਾ ਕਿ ਝੋਨੇ ਦਾ ਰਕਬਾ ਘਟਾਇਆ ਜਾਵੇ, ਪਰ ਵਿਕਲਪ 'ਚ ਅਸੀਂ ਕਿਸਾਨਾਂ ਨੂੰ ਕੀ ਦੇ ਰਹੇ ਹਾਂ ਇਹਦੇ ਬਾਰੇ ਕੋਈ ਨਹੀਂ ਸੋਚਦਾ। ਦੇਖੋ ਜੀ, ਤੁਸੀਂ ਰਿਪੋਰਟ ਦੀ ਗੱਲ ਕੀਤੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜਿਹੜੀ ਰਿਪੋਰਟ ਹੈ 31 ਮਾਰਚ 2017 ਦੀ, ਇਹ ਸਾਡੇ ਜੂਨ ਦੇ ਮਹੀਨੇ ਸਾਡੇ ਕੋਲ ਆਈ ਹੈ, 5 ਜੂਨ ਨੂੰ ਜੀ। ਇਹ ਬੜੀ ਰੌਂਗਟੇ ਖੜੀ ਕਰਨ ਵਾਲੀ ਰਿਪੋਰਟ ਹੈ। ਇਸ ਰਿਪੋਰਟ ਨੇ ਸਾਨੂੰ ਦੱਸਿਆ ਕਿ ਜਿੰਨਾ ਪਾਣੀ ਧਰਤੀ ਦੇ ਵਿੱਚ ਰੀਚਾਰਜ ਹੋ ਰਿਹਾ ਉਹਦਾ 165% ਅਸੀਂ ਪਾਣੀ ਧਰਤੀ ਚੋਂ ਕੱਢ ਰਹੇ ਹਾਂ। ਹਰੇਕ ਸਾਲ ਪੰਜਾਬ ਦੇ ਵਿੱਚ 21.58 ਬਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਰੀਚਾਰਜ ਕਰਦੇ ਹਾਂ ਤੇ 35.78 ਬਿਲੀਅਨ ਕਿਊਬਿਕ ਮੀਟਰ ਅਸੀਂ ਪਾਣੀ ਕੱਢ ਰਹੇ ਹਾਂ। ਇਹਦਾ ਮਤਲਬ 14.20 ਬਿਲੀਅਨ ਕਿਊਬਿਕ ਮੀਟਰ ਪਾਣੀ ਹਰੇਕ ਸਾਲ ਅਸੀਂ ਕੱਢ ਰਹੇ ਹਾਂ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ਟੋਟਲ ਪਾਣੀ 3 ਇਕੁਇਫਰ ਜਿਹੜੇ ਬਣੇ ਹੋਏ ਨੇ, 3 ਪੱਤਣ ਜਿਹੜੇ ਆਪਾਂ ਕਹਿ ਲਈਏ। ਪਹਿਲੇ ਪੱਤਣ ਦੇ ਵਿੱਚ 171.53 BCM ਪਾਣੀ ਹੈ, ਦੂਜੇ ਦੇ ਵਿੱਚ 75.83 BCM ਪਾਣੀ ਹੈ, ਤੀਜੇ ਦੇ ਵਿੱਚ 51.76 BCM ਪਾਣੀ ਹੈ। ਤੋਂ ਜਿਹੜੇ ਹਿਸਾਬ ਨਾਲ ਅਸੀਂ 14.20 ਫਾਲਤੂ ਕੱਢ ਰਹੇ ਹਾਂ ਤਾਂ ਉਸ ਹਿਸਾਬ ਨਾਲ ਇਹ ਤਿੰਨਾਂ ਦਾ ਹੀ ਪਾਣੀ ਆਉਣ ਵਾਲੇ 22 ਸਾਲਾਂ 'ਚ ਬਿਲਕੁਲ ਖਤਮ ਹੋ ਜਾਏਗਾ। ਪਹਿਲਾ ਇਕੁਇਫਰ ਜਿਹੜਾ ਹੈ ਉਹਨਾਂ ਦਾ ਪਾਣੀ 10 ਸਾਲਾਂ ਦੇ ਵਿੱਚ ਬਿਲਕੁਲ ਖਤਮ ਹੋ ਜਾਏਗਾ। ਇਹ ਰਿਪੋਰਟ ਨੇ ਸਾਨੂੰ ਦੱਸਿਆ। ਰਿਪੋਰਟ ਨੇ ਬੜਾ ਇੰਟਰਸਟਿੰਗਲੀ ਇਹ ਵੀ ਦੱਸਿਆ ਪਹਿਲੀ ਵਾਰੀ
ਧਰਤੀ ਦੇ ਹੇਠਾਂ ਦੇ ਪਾਣੀ ਦਾ ਨਵੇਂ ਤਰੀਕੇ ਨਾਲ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਹੈ ਉਹਦੇ ਚ ਧਰਤੀ ਦੇ 3 ਐਕੂਫਰ ਦਾ ਪਾਣੀ ਨੂੰ ਪਹਿਲੀ ਵਾਰੀ ਕੁਆਂਟੀਫਾਈ ਕੀਤਾ ਉਹਨਾਂ ਨੇ ਵੀ ਟੋਟਲ ਪਾਣੀ ਤੁਹਾਡੇ ਕੋਲ ਇੰਨਾ ਪਹਿਲਾਂ ਨਹੀਂ ਸਾਨੂੰ ਪਤਾ ਲੱਗਦਾ ਕਿੰਨਾ ਕੁ ਹੈ। ਉਹਨਾਂ ਨੇ ਕੁਆਂਟੀਫਾਈ ਕਰਕੇ ਦੱਸ ਦਿੱਤਾ ਕਿ ਇੰਨਾ ਪਾਣੀ ਹੈ, ਆਹ ਪਾਣੀ ਇਸ ਹਿਸਾਬ ਨਾਲ ਥੋੜਾ ਜਾ ਰਿਹਾ। ਸੋ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਸੋ ਇਹਦੇ ਵਿੱਚ ਅੱਛਾ ਇੱਕ ਗੱਲ ਹੋਰ ਅੱਗੇ ਵਧਣ ਤੋਂ ਪਹਿਲਾਂ ਕੀ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜਾ ਪਾਣੀ ਕੱਢਿਆ ਜਾ ਰਿਹਾ ਉਹ ਸਿਰਫ ਤੇ ਸਿਰਫ ਖੇਤੀਬਾੜੀ ਨਾਲ ਸੰਬੰਧਿਤ ਹੈ ਜਾਂ ਹੋਰ ਵੀ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ? ਇਸ ਰਿਪੋਰਟ ਦੇ ਵਿੱਚ ਬੜਾ ਸਪਸ਼ਟ ਤੌਰ ਤੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਜਿੰਨਾ ਪਾਣੀ ਕੱਢਿਆ ਜਾ ਰਿਹਾ ਉਹਦਾ 96% ਪਾਣੀ ਖੇਤੀਬਾੜੀ ਵਾਸਤੇ ਕੱਢਿਆ ਜਾ ਰਿਹਾ, 96% ਇਸ ਰਿਪੋਰਟ ਦੇ ਵਿੱਚ ਲਿਖਿਆ। ਬਾਕੀ ਡੋਮੈਸਟਿਕ ਹੋ ਗਿਆ, ਬਾਕੀ ਇੰਡਸਟਰੀ ਦਾ ਹੋ ਗਿਆ, ਉਹ ਟੋਟਲ ਮਿਲਾ ਕੇ 4% ਹੀ ਬਣਦਾ। ਸੋ ਇਹ ਖੇਤੀਬਾੜੀ ਦਾ ਉਹ ਵੀ ਜੇ ਅੱਗੇ ਰਿਪੋਰਟ ਨੂੰ ਹੋਰ ਪੜ੍ਹੀਏ, ਮਾਈਨਿਊਟਲੀ ਪੜ੍ਹਦੇ ਆ ਜਦੋਂ ਤੁਸੀਂ ਜਾ ਕੇ, ਤਾਂ ਇਹ ਪਤਾ ਲੱਗਦਾ ਕਿ ਜਦੋਂ ਮੌਨਸੂਨ ਆਉਣ ਤੋਂ ਪਹਿਲਾਂ ਦਾ ਪੀਰੀਅਡ ਹੈ ਸਾਡਾ ਜਿਹੜਾ, ਜੇ ਮੌਨਸੂਨ ਐਤਕੀ ਤਾਂ ਚਲੋ ਕੁਦਰਤੀ ਲੇਟ ਹੋ ਗਈ ਹੈ, ਕੋਈ ਕਹਿ ਰਿਹਾ 10 ਜੁਲਾਈ ਨੂੰ ਆਣੀ ਹੈ, ਕੋਈ 15 ਜੁਲਾਈ ਦੀ ਗੱਲ ਕਰਦਾ, ਪਰ ਉਸ ਮੌਨਸੂਨ ਕਿਉਂਕਿ ਜਦੋਂ ਮੌਨਸੂਨ ਆਉਂਦੀ ਹੈ ਇੱਕ ਤਾਂ ਮੀਂਹ ਆ ਜਾਂਦਾ, ਇੱਕ ਸਾਡੇ ਨਮੀ ਆ ਜਾਂਦੀ ਹੈ ਹਵਾ 'ਚ, ਤਾਂ ਫਿਰ ਸਾਡੇ ਜਿਹੜੀ ਵੈਪੋ ਟਰਾਂਸਪੀਰੇਸ਼ਨ ਘਟ ਜਾਂਦੀ ਹੈ। ਸੋ ਉਸ ਤੋਂ ਪਹਿਲਾਂ ਵਾਲਾ ਪੀਰੀਅਡ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਬਾਰ-ਬਾਰ ਪੰਜਾਬ ਸਰਕਾਰ ਜਾਂ ਲੋਕਾਂ ਵੱਲੋਂ ਕਿਹਾ ਜਾਂਦਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿ ਲੇਟ ਲਾਓ ਤਾਂ ਕਿ ਮੌਨਸੂਨ ਦੇ ਨੇੜੇ ਜਾ ਕੇ ਲਾਓ ਤਾਂ ਕਿ ਵੈਪੋ ਟਰਾਂਸਪੀਰੇਸ਼ਨ ਤੋਂ ਘਟੇ। ਸੋ ਉਹਦੇ 'ਚ ਉਸ ਪੀਰੀਅਡ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਸਾਡਾ ਪੰਜਾਬ ਦਾ ਯੂਜ਼ ਹੋ ਰਿਹਾ ਤੇ ਕੱਢਿਆ ਜਾ ਰਿਹਾ। ਪਰ ਪੰਨੂ ਸਾਹਿਬ ਜਿਹੜੀ ਅਲਾਰਮਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਚਲੋ ਤੁਸੀਂ ਕਹਿ ਰਹੇ ਹੋ ਕਿ 96% ਪਾਣੀ ਜਿਹੜਾ ਉਹ ਕਿਸਾਨੀ ਲਈ ਕੱਢਿਆ ਜਾ ਰਿਹਾ, ਪਰ ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਕੀ ਸਿਰਫ ਤੇ ਸਿਰਫ ਕਿਸਾਨ ਦੀ ਜ਼ਿੰਮੇਵਾਰੀ ਹੈ? ਅਸੀਂ ਵਿਕਲਪ ਕੀ ਦੇ ਰਹੇ ਹਾਂ, ਉਹਨਾਂ ਨੂੰ ਆਪਸ਼ਨ ਕੀ ਦੇ ਰਹੇ ਹਾਂ ਕਿ ਉਹ ਝੋਨਾ ਨਾ ਲਗਾਉਣ ਜਾਂ ਪਾਣੀ ਥੱਲੋਂ ਨਾ ਕੱਢਣ? ਕੋਈ ਐਸੀ ਫਸਲ ਦੇ ਰਹੇ ਹਾਂ, ਕੋਈ ਉਹਨਾਂ ਨੂੰ ਅਸੀਂ ਐਸਾ ਰਕਬਾ ਕਰਨ ਦੇ ਲਈ ਕੋਈ ਚੀਜ਼ ਦੇ ਰਹੇ ਹਾਂ ਕਿ ਤੁਸੀਂ ਆਹ ਨਾ ਲਾਓ ਆਹ ਲਾਓ? ਫਿਰ ਇਹ ਗੱਲ ਕਿਵੇਂ ਬਣੇਗੀ? ਦੇਖੋ ਇਹਦੇ 'ਚ ਦੋ ਚੀਜ਼ਾਂ ਨੇ। ਇੱਕ ਤਾਂ ਝੋਨਾ ਲਾਉਂਦਿਆਂ ਨੂੰ ਆਪਾਂ ਨੂੰ ਹੁਣ 40-45 ਸਾਲ ਹੋ ਗਏ ਆ। 1978 79 80 ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋਇਆ, ਜਦੋਂ ਤੋਂ ਪਾਣੀ ਥੱਲੇ ਜਾਣਾ ਸ਼ੁਰੂ ਹੋਇਆ। ਹੁਣ 165% ਹੈ, ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ 145% ਸੀ, ਉਸ ਤੋਂ ਪਹਿਲਾਂ ਬਹੁਤ ਘੱਟ ਪਾਣੀ ਕੱਢਿਆ ਜਾਂਦਾ ਸੀ। ਸੋ ਇਹਨਾਂ 40 ਸਾਲਾਂ 'ਚ ਅਸੀਂ ਝੋਨਾ ਉਗਾਉਣ ਦੀ ਟੈਕਨੋਲੋਜੀ, ਝੋਨਾ ਉਗਾਉਣ ਦੀ ਮੁਹਾਰਤ ਹਾਸਲ ਕਰ ਲਈ ਹੈ ਪੰਜਾਬ ਦੇ ਲੋਕਾਂ ਨੇ, ਤੇ ਭਾਰਤ ਸਰਕਾਰ ਉਸ ਝੋਨੇ ਨੂੰ ਚੁੱਕਦੀ ਵੀ ਹੈ। ਠੀਕ ਹੈ। ਸੋ ਇੱਕ ਤਾਂ ਇਹ ਹੈ ਕਿ ਇਹਦੇ ਨਾਲ ਆਪਾਂ ਸਮਝੌਤਾ ਕਰ ਲਈਏ ਕਿ ਝੋਨੇ ਨੂੰ ਆਪਾਂ ਇਸ ਤਰੀਕੇ ਨਾਲ ਲਗਾਈਏ ਕਿ ਝੋਨਾ ਸਾਡਾ ਜਿਹੜਾ ਸਾਡਾ ਵਿਲਨ ਬਣਿਆ ਹੋਇਆ ਹੈ, ਵਿਲਨ ਨਾ ਰਹਿ ਕੇ ਸਾਡੇ ਵਾਸਤੇ ਇੱਕ ਐਸਟ ਬਣ ਜੇ। ਉਹ ਕਿਸ ਤਰ੍ਹਾਂ ਬਣ ਸਕਦਾ? ਉਹ ਦੋ ਟੈਕਨੋਲੋਜੀ ਨਾਲ ਬਣ ਸਕਦਾ। ਨੰਬਰ 1 ਕਿ ਝੋਨਾ ਲਾਉਣ ਦੀ ਤਰੀਕ ਨੂੰ ਆਪਾਂ ਥੋੜਾ ਜਿਹਾ ਅੱਗੇ ਲੈ ਜਾਈਏ, ਐਕਸਟੈਂਡ ਕਰੀਏ ਤਾਂ ਕਿ ਇਹਦਾ ਮੌਨਸੂਨ ਦੇ ਨਾਲ ਮੈਚ ਹੋ ਜਾਏ ਕਿਤੇ ਨਾ ਕਿਤੇ। ਤਾਂ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਨੂੰ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਇਹ ਕੀਤਾ ਕਿ ਜਿਹੜੀਆਂ ਝੋਨੇ ਦੀਆਂ ਕਿਸਮਾਂ ਪਹਿਲਾਂ 140 ਦਿਨ 135 ਦਿਨ ਲੈਂਦੀਆਂ ਸੀ, ਉਹ ਘਟਾ ਕੇ ਇਹਨਾਂ ਨੇ 110-15 ਦਿਨਾਂ ਤੇ ਲਿਆਂਦੀਆਂ। ਸੋ ਉਹ ਜਿਹੜੀਆਂ 30 ਦਿਨਾਂ ਦਾ ਫਰਕ ਹੈ, ਜਿਹੜਾ ਪਹਿਲਾਂ 1 ਜੂਨ ਨੂੰ ਜਾਂ 5 ਜੂਨ ਨੂੰ ਲੱਗਦਾ ਝੋਨਾ, ਉਹਦਾ ਬੈਨੀਫਿਟ ਸਾਨੂੰ ਇਸ ਧਰਤੀ ਨੂੰ ਦੇਣਾ ਚਾਹੀਦਾ, ਪਾਣੀ ਨੂੰ ਦੇਣਾ ਚਾਹੀਦਾ, ਤਾਂ ਕਿ ਜੇ ਅਸੀਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਝੋਨਾ ਲਾਉਂਦੇ ਹਾਂ ਜਾਂ ਜੂਨ ਦੇ ਲਾਸਟ ਹਫ਼ਤੇ ਝੋਨਾ ਲਾਉਂਦੇ ਹਾਂ ਤਾਂ ਅਕਤੂਬਰ ਦੇ ਵਿੱਚ ਸਾਡਾ ਹੋ ਜਾਂਦਾ ਝੋਨਾ। ਤੇ ਅਕਤੂਬਰ ਦੇ ਵਿੱਚ ਜੇ ਮਾੜਾ ਮੋਟਾ ਕੋਈ ਲੌਸ, ਕੋਈ ਤਰੱਦਦ, ਕੋਈ ਮਾੜਾ ਮੋਟਾ ਜ਼ਿਮੀਂਦਾਰ ਨੂੰ ਜਾਂ ਸਰਕਾਰ ਨੂੰ ਝੱਲਣਾ ਵੀ ਪੈਂਦਾ ਅਕਤੂਬਰ ਦੇ ਮਹੀਨੇ ਜਾ ਕੇ, ਜਿਹੜਾ ਕਿ ਕਿਹਾ ਜਾਂਦਾ ਕਿ ਕੁਝ ਦਿਨਾਂ ਵਾਸਤੇ ਨਮੀ ਵੱਧ ਜਾਂਦੀ ਹੈ ਝੋਨੇ ਦੀ, ਜਿਹੜਾ ਕਿ ਥੋੜੀ ਜਿਹੀ ਪ੍ਰੋਬਲਮ ਕਿਸਾਨ ਨੂੰ ਆਉਂਦੀ ਹੈ, ਉਹਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ। ਬਟ ਪਾਣੀ ਨੂੰ ਬਚਾਉਣ ਵਾਸਤੇ ਇੱਕ ਤਾਂ ਇਹ ਹੋ ਗਿਆ ਕਿ ਝੋਨੇ ਨਾਲ ਕੁਝ ਸਮਝੌਤਾ ਕਰ ਲਈਏ ਸਾਰੇ ਸਿਸਟਮ ਨਾਲ। ਦੂਜਾ ਹੈ ਕਿ ਅਲਟਰਨੇਟਿਵ ਕ੍ਰੌਪਸ ਲੈ ਕੇ ਆਈਏ, ਹੋਰ ਕ੍ਰੌਪਸ ਲੈ ਕੇ ਆਈਏ। ਜਿਵੇਂ ਅਸੀਂ ਸਾਰਾ ਕੁਝ ਵਰਕਆਊਟ ਕਰਨ ਤੋਂ ਬਾਅਦ ਇਹ ਹੈ ਕਿ 2 ਕ੍ਰੌਪ ਸਾਡੇ ਕੋਲ ਆ ਜਾਂਦੇ ਨੇ। ਇੱਕ ਤਾਂ ਸਾਡੀ ਕਪਾਹ ਜਿਹੜੀ ਹੈ, ਸਾਡਾ ਨਰਮਾ, ਉਹਦੇ ਥੱਲੇ ਏਰੀਆ ਕਿਸੇ ਜ਼ਮਾਨੇ 7 ਲੱਖ ਹੈਕਟੇਅਰ ਹੁੰਦਾ ਸੀ, ਉਹ ਘੱਟ ਕੇ 3 ਲੱਖ ਰਹਿ ਗਿਆ ਸੀ ਪਿਛਲੇ ਸਾਲ, ਐਤਕੀ ਫਿਰ 4 ਲੱਖ ਤੇ ਲੈ ਕੇ ਆਉਂਦੇ ਆ, ਹੌਲੀ ਹੌਲੀ ਉਸ ਨੂੰ ਵਧਾਈਏ। ਦੂਜਾ ਮੱਕੀ ਦਾ ਰਕਬਾ ਕਿਸੇ ਜ਼ਮਾਨੇ 7 ਲੱਖ ਹੈਕਟੇਅਰ ਤੇ ਚਲਾ ਗਿਆ ਸੀ, ਉਹ 1.25 ਲੱਖ ਹੈਕਟੇਅਰ ਤੇ ਰਹਿ ਗਿਆ, ਮੱਕੀ ਦਾ ਰਕਬਾ ਵਧਾਈਏ। ਇਹਨਾਂ ਦੋਨਾਂ ਕੰਮਾਂ ਵਾਸਤੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ। ਠੀਕ ਹੈ, ਪਰ ਇਹ ਪ੍ਰੈਕਟੀਕਲ ਤੌਰ ਤੇ ਕਿੰਨਾ ਕੁ ਵਾਇਬਲ ਹੈਗਾ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ। ਦੋ ਗੱਲਾਂ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਝੋਨਾ ਲੇਟ ਲਾਇਆ ਜਾਵੇ, ਉਹਦੇ ਵਿੱਚ ਕਿਸਾਨ ਭਾਈਚਾਰੇ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਜਦੋਂ ਲੇਟ ਲਾਵਾਂਗੇ ਝੋਨਾ ਤੇ ਉਹਦੀ ਨਮੀ ਰਹਿ ਜਾਂਦੀ ਹੈ, ਜਦੋਂ ਮੰਡੀਆਂ 'ਚ ਲੈ ਕੇ ਜਾਂਦੇ ਆ ਤਾਂ ਵੱਡੀ ਕਾਟ ਲੱਗਦੀ ਹੈ, ਉਸ ਕਾਟ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਂਦਾ, ਪਹਿਲੀ ਗੱਲ। ਦੂਜੀ ਗੱਲ, ਜਿਹੜੀਆਂ ਬਾਕੀ ਫਸਲਾਂ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦਾ ਮੰਡੀਕਰਨ ਕੀ ਹੈ, ਅਸੀਂ ਇਸ ਤੋਂ ਮੁਕਰ ਨਹੀਂ ਸਕਦੇ ਕਿ ਗੰਨੇ ਦਾ ਕੀ ਹਾਲ ਹੋਇਆ, ਹਾਲੇ ਤੱਕ ਉਹਦੇ ਪੈਸੇ ਨਹੀਂ ਮਿਲੇ ਫਸਲਾਂ ਦੇ, ਔਰ ਕਪਾਹ ਕਿਵੇਂ ਰੁਲਦੀ ਰਹੀ ਹੈ। ਕਿਹੜੇ ਜ਼ਮੀਂਦਾਰ ਦਾ ਹੌਸਲਾ ਪਵੇਗਾ ਕਿ ਉਹ ਝੋਨਾ ਛੱਡ ਕੇ ਬਾਕੀ ਦੀਆਂ ਫਸਲਾਂ ਬੀਜੇ? ਇਹ ਸਾਰੀਆਂ ਵੀ ਚੀਜ਼ਾਂ ਦੇਖਣੀਆਂ ਪੈਣੀਆਂ ਨੇ। ਮੈਂ ਤੁਹਾਡੇ ਤੋਂ ਠੇਰੀ ਸਾਹਿਬ ਜਾਣਨਾ ਚਾਹੁੰਦਾ, ਇਹ ਜਿਹੜੇ ਪੰਨੂ ਸਾਹਿਬ ਨੇ ਸੁਝਾਅ ਦਿੱਤੇ ਨੇ ਉਹ ਪ੍ਰੈਕਟੀਕਲ ਸੁਝਾਅ ਠੀਕ ਨੇ? ਇਹ ਜੀ ਕਿਤਾਬੀ ਗੱਲਾਂ ਹੈ ਜਾਂ ਮੀਟਿੰਗਾਂ 'ਚ ਜਾਂ ਲੋਕਾਂ ਨੂੰ ਸੁਝਾਅ ਦਿੱਤੇ ਜਾਂਦੇ ਆ, ਪ੍ਰੈਕਟੀਕਲ ਤੌਰ ਤੇ ਕੋਈ ਵੀ ਗੱਲ ਨਹੀਂ ਹੁੰਦੀ। ਮੈਂ ਇਹ ਪੁੱਛਣਾ ਚਾਹੁੰਦਾ ਹੈ, ਪੰਨੂ ਸਾਹਿਬ ਨਾਲ ਮੀਟਿੰਗਾਂ ਵੀ ਸਾਡੀਆਂ ਹੁੰਦੀਆਂ ਰਹਿੰਦੀਆਂ ਜੀ, ਵੀ ਝੋਨੇ ਦੀ ਜਿਹੜੀ ਨਮੀ ਹੈ ਉਹਨਾਂ ਦਿਨਾਂ ਦੇ ਵਿੱਚ ਪਹਿਲਾਂ 22 ਸੀ, ਫਿਰ 20 ਹੋਈ, ਫਿਰ 18 ਹੋਈ, ਹੁਣ 17 ਤੇ ਲਿਆਂਦੀ। ਉਸ ਨਮੀ ਨੂੰ 20 ਕਰ ਦਿੱਤੇ, ਜਾਂ ਜੇ ਕਰ ਦਿੱਤਾ ਜਾਵੇ ਤਾਂ ਜਿਹੜੇ ਅਗਾਂਹ ਵਧੂ ਕਿਸਾਨ ਆ ਉਹਨਾਂ ਨੂੰ ਕਹਿਣ ਦੀ ਲੋੜ ਵੀ ਨਹੀਂ, ਉਹ ਆਪਣੇ ਆਪੇ ਝੋਨਾ ਲੇਟ ਕਰ ਲੈਣਗੇ। ਦੂਜਾ ਮਸਲਾ ਹੈਗਾ ਹੈ ਵੀ ਬਦਲਵੀਂ ਫਸਲ। ਮੈਂ ਪੁੱਛਣਾ ਚਾਹੁੰਦਾ ਵੀ ਕਿਹੜੀ ਬਦਲਵੀਂ ਫਸਲ ਆ ਜਿਹੜੀ ਦਿੱਤੀ ਆ? 22 ਫਸਲਾਂ ਦਾ ਰੇਟ ਬੰਨਿਆ ਜਾਂਦਾ ਹੈ, ਪਰ ਝੋਨੇ ਔਰ ਕਣਕ ਬਿਨਾਂ ਪੰਜਾਬ ਦੇ ਵਿੱਚ
ਕਿਹੜੀ ਏਜੰਸੀ ਆ ਜਿਹੜੀ ਖਰੀਦਦੀ ਆ ਕਿਸੇ ਚੀਜ਼ ਨੂੰ? MSP ਕਿਹਦਾ ਫਿਕਸ ਹੈ? ਮੱਕੀ ਆ ਜਿਹੜੀ ਉਹ 700 800 ਹਜ਼ਾਰ ਨੂੰ ਵਿਕਦੀ ਹੈ। ਸਰੋਂ ਦਾ ਰੇਟ ਆ 4300 ਹੈ ਬੰਨਿਆ ਹੋਇਆ, ਤੇ ਬੇਕੋ 3500 ਤੇ ਘੱਟ ਰਹੀ ਹੈ। ਇਸੇ ਤਰ੍ਹਾਂ ਨਰਮੇ ਦਾ ਰੇਟ 5300 ਤੇ ਵਿਕਿਆ 4500 ਨੂੰ। ਕਿਹੜਾ ਕਮਲਾ ਜੱਟ ਹੈ ਜਿਹੜਾ ਉਹ ਇਹਨਾਂ ਦੇ ਕਹਿਣ ਦੇ ਉੱਤੇ ਇਹਦਾ ਫਸਲਾਂ ਨੂੰ ਬਦਲ ਲਊਗਾ? ਕਿਸਾਨ ਨੂੰ ਕਿਹਾ ਜਾਂਦਾ ਕਿ ਆਉਣ ਵਾਲੀ ਪੀੜ੍ਹੀਆਂ ਵਾਸਤੇ ਪਾਣੀ ਬਚਾ ਦਿਓ। ਉਹ ਹੁਣ ਵਾਲਾ ਕਿਸਾਨ ਤਾਂ ਮਰਦਾ ਅੱਜ ਰਿਹਾ ਹੈ, ਉਹ ਆਉਣ ਵਾਲੇ ਟਾਈਮ ਨੂੰ ਤਾਂ ਦੇਖੂਗਾ ਜੇ ਮੌਸਮ ਦਾ ਕੀ ਬਣਦਾ। ਉਹ ਮਰਦਾ ਅੱਜ ਹੈ, ਉਹਨੂੰ ਅੱਜ ਬਚਾਉਣ ਵਾਸਤੇ ਸਰਕਾਰ ਨੇ ਕੀ ਉਪਰਾਲੇ ਕੀਤੇ ਹੈ। ਪਰ ਠੇਰੀ ਸਾਹਿਬ ਗੱਲ ਤਾਂ ਇਹ ਹੈ ਨਾ ਕਿ ਜਿਵੇਂ ਪੰਨੂ ਸਾਹਿਬ ਨੇ ਦੱਸਿਆ ਜਿਹੜੀ ਰਿਪੋਰਟ ਹੈ ਉਹ ਤਾਂ ਬੜੀ ਖਤਰਨਾਕ ਰੁਝਾਨ ਵੱਲ ਵੱਧ ਰਹੀ ਹੈ। 96% ਪਾਣੀ ਤੁਸੀਂ ਵਰਤ ਰਹੇ ਹੋ, ਤਾਂ ਤੁਸੀਂ ਇਹ ਹਿਸਾਬ ਲਾਓ ਕਿ ਮਾਰੂਥਲ, ਮੈਂ ਮਾੜਾ ਨਹੀਂ ਕਹਿੰਦਾ, ਪਰ ਆਉਣ ਵਾਲੀਆਂ ਪੀੜ੍ਹੀਆਂ ਇਹ ਵੀ ਯਾਦ ਰੱਖਣਗੀਆਂ ਕਿ ਮਾਰੂਥਲ ਬਣਾਉਣ ਦੇ ਲਈ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀਗਾ? ਫਿਰ ਉਹਦੇ ਵਿੱਚ ਯੋਗਦਾਨ ਆ ਜੀ ਇੰਡੀਆ ਦੀ ਸਰਕਾਰ ਦਾ। ਮੈਂ ਅੱਜ ਵੀ ਪੜ੍ਹ ਕੇ ਆਇਆ 1975 ਦੇ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਪੰਜਾਬ ਦੀ ਧਰਤੀ 'ਚ ਇੰਨਾ ਜ਼ਿਆਦਾ ਪਾਣੀ ਹੈ, ਪੰਜਾਬ ਦਾ ਕਿਸਾਨ ਧਰਤੀ ਦੇ ਹੇਠਾਂ ਤੋਂ ਪਾਣੀ ਕੱਢ ਕੇ ਵਰਤ ਲਵੇ। ਤੇ ਜਿਹੜਾ ਸਾਡਾ 78% ਪਾਣੀ ਉਹ ਰਾਜਸਥਾਨ ਨੂੰ ਦੇ ਦਿੱਤਾ। ਸਾਨੂੰ ਉਹਦਾ ਕੋਈ ਪੈਸਾ ਤਾਂ ਨਹੀਂ ਪੰਜਾਬ ਨੂੰ ਮਿਲਦਾ। ਜਿੱਥੇ ਲੜਾਈ ਲੜਨ ਵਾਲੀ ਆ ਉੱਥੇ ਕਿਉਂ ਨਹੀਂ ਲੜਦੇ? ਜੇ ਅਸੀਂ ਕੋਈ ਮੰਗਵੀ ਚੀਜ਼ ਕਿਸੇ ਨੂੰ ਅੱਜ ਘਰ ਵਾਧੂ ਪਈ ਦੇਤੀ, ਸਾਡੇ ਕੋਲੋਂ ਮੁੱਕ ਗਈ, ਸਾਡਾ ਪਾਣੀ ਉਹ ਦੇ ਦਿਓ ਸਾਨੂੰ। ਤਾਂ ਜਿਹੜਾ ਅਸੀਂ 14.5 ਲੱਖ ਟਿਊਬਵੈਲ ਅੱਜ ਚੱਲ ਰਿਹਾ ਹੈ, ਜੇ ਪੰਜਾਬ ਨੂੰ ਸਾਡਾ ਪਾਣੀ ਮਿਲ ਜਵੇ, ਅਸੀਂ ਉਹ ਟਿਊਬਵੈਲ ਬੰਦ ਕਰ ਦਈਏ, ਸਾਡੇ ਅਰਬਾਂ ਰੁਪਈਆ ਉਹਦੇ ਤੇ ਖਰਚ ਹੋ ਰਿਹਾ। ਮੈਂ ਆਂਦਾ ਵਾਪਸ ਆਣਾ ਇੱਕ ਮਿੰਟ ਤੁਹਾਡੇ ਕੋਲ। ਜੀਰਾ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਮੁਹਿੰਮ ਵਿੱਢੀ ਗਈ ਸੀ ਡਾਕਟਰ ਗਾਂਧੀ ਹੋਰਾਂ ਨਾਲ ਮਿਲ ਕੇ ਤੁਸੀਂ ਕਿ ਪੰਜਾਬ ਦਾ ਪਾਣੀ ਬਚਾਉਣਾ, ਕਿਉਂਕਿ ਬਲੈਕ ਜ਼ੋਨਸ ਦੇ ਵਿੱਚ ਬੜਾ ਜਾ ਚੁੱਕਿਆ ਪੰਜਾਬ। ਤੁਹਾਡੀ ਰਿਪੋਰਟ ਕੀ ਕਹਿੰਦੀ ਹੈ? ਤੁਸੀਂ ਜਦੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ, ਇਸ ਮੁਹਿੰਮ ਦੇ ਵਿੱਚ ਤੁਸੀਂ ਵੱਡੀ ਗਿਣਤੀ 'ਚ ਕਿਹਾ ਸੀ ਕਿ ਅਸੀਂ ਕਿਸਾਨ ਭਾਈਚਾਰੇ ਨੂੰ ਸ਼ਾਮਲ ਕਰਾਂਗੇ, ਪਰ ਜਿਹੜੀ ਸਥਿਤੀ ਉਹ ਤਾਂ ਬੜੀ ਖਤਰਨਾਕ ਹੈ। ਹਰਪ੍ਰੀਤ ਜੀ ਦੇਖੋ, ਵੈਸੇ ਤਾਂ ਬਹੁਤ ਵੱਡੀ ਚਰਚਾ ਬੜੇ ਵਿਆਪਕ ਰੂਪ ਦੇ ਵਿੱਚ ਹੁੰਦੀ ਆ ਰਹੀ ਹੈ, ਔਰ ਪਿਛਲੇ 20 ਸਾਲਾਂ ਤੋਂ ਲਗਭਗ ਮਤਲਬ ਮੈਂ ਪੰਨੂ ਸਾਹਿਬ ਬੈਠੇ ਨੇ ਤੇ ਜੋ ਫਸਲਾਂ ਦੀ ਅਦਲ ਬਦਲ ਦੀ ਗੱਲ ਜਾਂ ਕੋਈ ਹੋਰ ਹੈ, ਉਹਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 1% ਵੀ ਕੋਈ ਨਤੀਜਾ ਪੰਜਾਬ ਦੇ ਵਿੱਚ ਪ੍ਰੈਕਟੀਕਲੀ ਅੱਜ ਤੱਕ ਨਜ਼ਰ ਨਹੀਂ ਆਇਆ, ਕਿਉਂਕਿ ਡਿਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਜੋ ਗੱਲਬਾਤ ਵੀ ਹੋਈ ਹੈ ਉਹ ਪ੍ਰੈਕਟੀਕਲ ਰੂਪ ਦੇ ਵਿੱਚ, ਜਿਵੇਂ ਥੇਰੀ ਸਾਹਿਬ ਨੇ ਦੱਸਿਆ ਹੈ ਵੀ ਸਾਰੀਆਂ ਫਸਲਾਂ ਰੁਲਦੀਆਂ ਨੇ ਕਣਕ ਝੋਨੇ ਤੋਂ ਬਿਨਾਂ, ਇਹ ਗੱਲ ਹੈਗੀ ਹੈ। ਪਰ ਮੈਂ ਇਸ ਤੋਂ ਪਹਿਲਾਂ ਇੱਕ ਗੱਲ ਇਹਨੂੰ ਮਤਲਬ ਜਿੱਥੋਂ ਲੈਣਾ ਚਾਹੁੰਦਾ, ਸਟਾਰਟ ਕਰਨਾ ਚਾਹੁੰਦਾ ਇਸ ਗੱਲ ਨੂੰ, ਮੈਂ ਉਹ ਦੱਸ ਦੇਵਾਂ ਕਿ ਆਹ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਗੱਲਾਂ ਕਰ ਰਹੇ ਹਾਂ, ਜਿਹੜੇ ਵਿਸ਼ੇ ਦੇ ਉੱਤੇ ਸਰਕਾਰ ਆਪਣੀ ਸੰਜੀਦਗੀ ਦਿਖਾ ਰਹੀ ਆ, ਇਹ ਸਾਰਾ ਵਿਸ਼ਾ ਜਿਹੜਾ ਹੈ ਮੈਂ ਇਹਨੂੰ 10% ਮੰਨਦਾ। 90% ਹਿੱਸਾ ਜਿਹੜਾ ਹੈਗਾ ਉਹਨੂੰ ਮਤਲਬ ਜਾਣ ਬੁੱਝ ਕੇ ਅੱਖੋਂ ਪਰੋਖੇ ਕੀਤਾ ਹੋਇਆ। ਜਿਹੜਾ ਪੁਆਇੰਟ ਟੱਚ ਕੀਤਾ ਥੇੜੀ ਸਾਹਿਬ ਨੇ ਹੁਣ ਕਿ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ, ਮੈਂ ਉੱਥੇ ਆਉਣਾ। ਜਦ ਮਤਲਬ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਤੁਹਾਨੂੰ ਦੱਸਦਾ, ਰਾਜਸਥਾਨ ਫੀਡਰ ਦੇ ਨਾਲ ਇੱਕ ਪੰਜਾਬ ਸਰਹੰਦ ਫੀਡਰ ਨਿਕਲਦੀ ਹੈ 2-3 ਜ਼ਿਲ੍ਹਿਆਂ ਦੇ ਵਿੱਚ ਦੀ, ਜਿਹੜੀ ਆ ਉਹਦੇ ਉੱਪਰ ਇੱਕ ਲੈਫਟ ਪੰਪ ਲੱਗੇ ਹੋਏ ਨੇ। ਪਿਛਲੇ 8-7 ਸਾਲਾਂ ਦੇ ਵਿੱਚ ਉਹ ਲੈਫਟ ਪੰਪ ਆਏ ਆ, ਉਹਨਾਂ ਨੇ 30,000 ਏਕੜ ਰਕਬਾ ਕਵਰ ਕੀਤਾ। ਔਰ ਉਸ ਏਰੀਏ ਦੇ ਵਿੱਚ ਅੱਜ ਆ ਹਫਤਾ ਪੰਨੂ ਸਾਹਿਬ ਸਭ ਤੋਂ ਡਰਾਈ ਆ, ਔਰ ਅੱਜ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਣਾ ਕਿ ਉਹ 25-30,000 ਏਕੜ ਰਕਬੇ ਦੇ ਵਿੱਚ ਅੱਜ ਟਿਊਬਵੈਲ ਬੰਦ ਪਏ ਨੇ, ਕਿਉਂਕਿ ਲਿਫਟ ਪੰਪ ਦੇ ਨਾਲ ਇੱਕ ਮਤਲਬ ਉਹਨਾਂ ਨੂੰ ਪ੍ਰਬੰਧ ਮਿਲ ਗਿਆ ਕਿਸਾਨਾਂ ਨੂੰ, ਜਦ ਕਿ ਹਾਲਾਂਕਿ ਉਹ ਵੀ ਗਲਤ ਹੈ ਕਿ ਉਹ એનર્ਜੀ ਵੇਸਟ ਕਰਕੇ ਪੰਜਾਬ ਦਾ ਪਾਣੀ, ਪੰਜਾਬ ਦੇ ਲੋਕ એનર્ਜੀ ਵੇਸਟ ਕਰਕੇ ਲਿਫਟ ਕਰ ਰਹੇ ਨੇ, ਪਰ ਫਿਰ ਵੀ ਉਹ ਇੱਕ ਅਲਟਰਨੇਟ ਮਤਲਬ ਮਿਲਿਆ। ਹੁਣ ਕੀ ਇਸ ਤਰ੍ਹਾਂ ਦਾ ਕਿੱਡਾ ਕੁ ਵੱਡਾ ਪੰਜਾਬ ਹੈ? ਕੀ ਸਾਡੇ ਕੋਲੇ ਮਤਲਬ ਅਸੀਂ ਡਿਵਰਸੀਫਿਕੇਸ਼ਨ ਦੀਆਂ ਗੱਲਾਂ ਕਰਦੇ ਹਾਂ, ਅਸੀਂ ਹੋਰ ਸਾਰੀਆਂ ਗੱਲਾਂ ਕਰਦੇ ਹਾਂ, ਅਸੀਂ ਮਤਲਬ ਕ੍ਰੌਪਸ ਦੇ ਮਤਲਬ ਜਿਹੜੀ ਯੀਲਡ ਦੀ ਗੱਲ, ਛੋਟੀਆਂ ਕ੍ਰੌਪਸ ਦੀ ਗੱਲ, ਉਹਦੇ ਵਿੱਚ ਪ੍ਰੈਕਟੀਕਲੀ ਪੰਨੂ ਸਾਹਿਬ ਅੱਜ ਦੀ ਹਾਲਾਤ ਇਹ ਨੇ ਕਿ ਪੂਸਾ ਝੋਨੇ ਦਾ ਨਾਮ ਤੁਸੀਂ ਸੁਣਿਆ, ਪੂਸਾ ਵੈਰਾਈਟੀ 135-40 ਰੁਪਏ 150 ਰੁਪਏ ਕਿਲੋ ਵਿਕੀ ਹੈ ਇਸ ਵਾਰ। ਕੀ ਕਿਸਾਨ ਦਾ ਰੁਝਾਨ ਛੋਟੀ ਵੈਰਾਈਟੀ ਵੱਲ ਜਾ ਰਿਹਾ ਹੈ? ਜੇ ਕਿਸਾਨ ਨੂੰ 126 ਵੈਰਾਈਟੀ ਦਿੱਤੀ ਪੀਏਯੂ ਨੇ, ਇੱਕ ਸਾਲ ਦੇ ਵਿੱਚ ਬੁਰੀ ਤਰ੍ਹਾਂ ਫਲੋਪ ਹੋ ਗਈ, ਠੀਕ ਹੈ, ਸਾਰੇ ਕਿਸਾਨਾਂ ਨੇ ਲਾਸ ਝੱਲਿਆ। ਕਿਸ ਤਰੀਕੇ ਨਾਲ ਅਸੀਂ ਇਹਨਾਂ ਗੱਲਾਂ ਨੂੰ ਪ੍ਰੈਕਟੀਕਲੀ ਕਿਸਾਨ ਦੇ ਵਾਸਤੇ ਲੈ ਕੇ, ਹੁਣ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ 90% ਜਿਹੜਾ ਅਸੀਂ ਮੰਨਦੇ ਹਾਂ ਕਿ ਜਿਹਨੂੰ ਛੱਡਿਆ ਜਾ ਰਿਹਾ, ਉਹ ਇਹ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਅਸੀਂ ਟਿਊਬਵੈਲਸ ਦੇ ਵੱਲ, ਜਿੱਥੋਂ ਗੱਲ ਇਹਨਾਂ ਨੇ ਸਟਾਰਟ ਕੀਤੀ ਸੀ ਨਾ ਕਿ 75 ਦੀ ਰਿਪੋਰਟ ਪੜੀ ਹੈ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਉੱਪਰ ਜਿਹੜਾ ਪੰਜਾਬ ਦੇ ਪਾਣੀਆਂ ਦੇ ਉੱਪਰ ਜਿਹੜਾ ਡਾਕਾ ਮਾਰਿਆ ਗਿਆ,
ਔਰ ਦੂਸਰੀ ਗੱਲ ਜਿਹੜਾ ਉਹਦੀ ਕਿਸੇ ਕਿਸਮ ਦੀ ਵੀ ਕੋਈ ਰਾਇਲਟੀ ਨਹੀਂ ਦਿੱਤੀ ਗਈ। ਜੇਕਰ ਰਾਇਲਟੀ ਦੇ ਰੂਪ ਦੇ ਵਿੱਚ ਅੱਜ ਪੰਨੂ ਸਾਹਿਬ ਵਰਗੇ ਅਫੀਸਰ ਜਿਹੜੇ ਹੈਗੇ ਆ ਉਹ ਬੇਸ਼ੱਕ ਜੋ ਮਰਜ਼ੀ ਪਲੈਨਿੰਗਸ ਕਰ ਰਹੇ ਹੋਣਗੇ, ਪਰੰਤੂ ਆਫਟਰ ਆਲ ਤਾਂ ਕਿਸੇ ਬਜਟ ਦੇ ਨਾਲ ਹੀ ਹੈ। ਅਸੀਂ ਡ੍ਰਿਪ ਇਰੀਗੇਸ਼ਨ ਕੋਈ ਪ੍ਰਮੋਟ ਨਹੀਂ ਕਰ ਸਕੇ, ਅਸੀਂ ਤਾਂ ਖਾਲੀ ਇੱਕ ਟਿਊਬਵੈਲਸ ਦੇ ਵੱਲ ਚਲੇ ਗਏ ਔਰ ਅਲਟਰਨੇਟ ਕਿਸਾਨ ਕੋਲੇ ਹੈ ਕੋਈ ਨਹੀਂ ਸੀ, ਟਿਊਬਵੈਲਸ ਹੀ ਲੱਗਣੇ ਸੀ। ਨਾ ਪਾਣੀ ਦਾ ਵਿਕਲਪ ਹੈ, ਨਾ ਫਸਲ ਦਾ ਵਿਕਲਪ, ਨਾ ਫਸਲ। ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਇੱਕ ਵੱਡੇ ਬਜਟ ਦੀ ਔਰ ਕੇਂਦਰ ਸਰਕਾਰ ਦੀ ਮੰਗ ਕਰਦੀ ਹੈ। ਔਰ ਕੇਂਦਰ ਸਰਕਾਰ ਦਾ ਇੱਕ ਜਿਹੜੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਨਾ ਸਟਾਰਟਿੰਗ ਤੋਂ ਲੈ ਕੇ ਕਿ ਮਤਰੇਈ ਮਾਂ ਵਾਲਾ ਸਲੂਕ, ਉਹ ਗੱਲ ਬਿਲਕੁਲ ਵਾਕਿਆ ਹੀ ਇਹ ਸਹੀ ਹੈ। ਬੇਸ਼ੱਕ ਉਹਨਾਂ ਦੇ ਪੱਖ ਦੀਆਂ ਸਰਕਾਰਾਂ ਰਹੀਆਂ ਹੋਣ ਜਾਂ ਉਲਟ ਸਰਕਾਰਾਂ ਰਹੀਆਂ ਹੋਣ, ਪੰਜਾਬ ਦੇ ਪਾਣੀ ਦੇ ਪ੍ਰਤੀ ਸੰਜੀਦਗੀ ਅਗਰ ਅਸੀਂ ਸੈਂਟਰ ਗਵਰਨਮੈਂਟ ਦੀ ਦੇਖੀ ਜਾਵੇ ਤਾਂ ਅੱਜ ਤੱਕ ਪੰਜਾਬ ਦੇ ਪਾਣੀ ਦੀ, ਪੰਜਾਬ ਦੇ ਆਉਣ ਵਾਲੇ ਹਾਲਾਤ ਦੀ, ਹੋਣ ਵਾਲਾ ਬੰਜਰ ਹੋਣ ਜਾ ਰਹੀ ਇਸ ਭੂਮੀ ਦੀ 1% ਵੀ ਸੰਜੀਦਗੀ ਕਿਤੇ ਨਹੀਂ ਦਿਖ ਰਹੀ। ਸਾਡੇ ਆਪਣੇ ਤੌਰ ਤੇ ਇੱਥੇ ਕੋਈ ਛੋਟੇ ਜਿਹੜੇ ਉਪਰਾਲੇ ਹੈ, ਮੈਂ ਤਾਂ ਈਵਨ ਕਿਸਾਨ ਯੂਨੀਅਨਸ ਦਾ ਵੀ ਮੈਂ ਇਹ ਮੰਨਦਾ ਕਿ ਕਿਉਂ ਨਹੀਂ ਇੱਕ ਅੰਦੋਲਨ ਜਿਹੜਾ ਹੈਗਾ, ਇੱਕ ਮੋਇਸਚਰ ਤੇ ਅੰਦੋਲਨ ਕਰ ਲਓ, ਇੱਕ 2 ਦਿਨ 10 ਦਿਨ ਅੱਗੇ ਕਰਨ ਦਾ ਪਿੱਛੇ ਕਰਨ ਦਾ ਇਹ ਅੰਦੋਲਨ ਕਰ ਲਓ। ਇਹ ਜਿਹੜੀਆਂ ਇਹ ਤਾਂ ਛੋਟੇ ਉਹ ਨੇ। ਮੈਂ ਆਂਦਾ ਵਾਪਸ ਇਹ ਜੇ ਅੰਦੋਲਨ ਤਾਂ ਚੱਲਦੇ ਹੀ ਰਹਿੰਦੇ ਨੇ, ਇਹ ਤਾਂ ਚੱਲਦੇ ਰਹਿੰਦੇ ਨੇ। ਉਮਿੰਦਰ ਦੱਤ ਜੀ ਕੋਲ ਚੱਲਦੇ ਹਾਂ। ਉਮਿੰਦਰ ਦੱਤ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਲਗਾਤਾਰ ਤੁਸੀਂ ਇਸ ਪਾਣੀ ਦੀ ਵੀ ਗੱਲ ਕਰਦੇ ਰਹੇ ਹੋ, ਫੂਡ ਦੀ ਵੀ ਗੱਲ ਕਰਦੇ ਰਹੇ ਹੋ, ਹੁਣ ਜਿਹੜੀ ਅਲਾਰਮਿੰਗ ਸਥਿਤੀ ਬਣ ਗਈ ਹੈ। ਪਹਿਲਾਂ ਤਾਂ ਸਿਰਫ ਗੱਲਾਂ ਸਿਆਸੀ ਸਫ਼ਿਆਂ ਦੇ ਵਿੱਚ ਹੀ ਹੁੰਦੀਆਂ ਸੀਗੀਆਂ, ਹੁਣ ਘਰ ਇਹ ਗੱਲਾਂ ਹੋਣ ਲੱਗੀਆਂ ਨੇ, ਸੋਸ਼ਲ ਮੀਡੀਆ ਤੇ ਵੀ ਇਹ ਗੱਲਾਂ ਹੋਣ ਲੱਗੀਆਂ ਨੇ। ਇੱਥੋਂ ਤੱਕ ਕਿਹਾ ਜਾਣ ਲੱਗਾ ਕਿ ਮਹੀਨੇ 'ਚ 2 ਵਾਰ ਚੌਲ ਪਕਾਉਣ ਵਾਲਾ ਕਿਸਾਨ ਸਾਰਾ ਕੁਝ ਹੀ ਰੋੜੀ ਜਾਂਦਾ ਚੌਲ ਦੇ ਉੱਤੇ। ਤੁਹਾਡਾ ਕੀ ਕਹਿਣਾ ਇਸ ਤੇ? ਨਹੀਂ, ਇੱਕ ਤਾਂ ਇਕੱਲੇ ਕਿਸਾਨ ਨੂੰ ਦੋਸ਼ ਦੇਣਾ ਮੈਨੂੰ ਲੱਗਦਾ ਕਿ ਮੁੱਢਲੇ ਤੌਰ ਤੇ ਗਲਤ ਹੈ। ਅਸੀਂ ਸਮੱਸਿਆ ਨੂੰ ਗਲਤ ਸਮਝਾਂਗੇ ਜੀ। ਔਰ ਕਿਸਾਨ ਨੂੰ ਦੋਸ਼ ਦੇਣਾ ਸ਼ੁਰੂਆਤ ਉੱਥੋਂ ਕਰਨੀ ਹੈ। ਇਹ ਬੜਾ ਜਿਹਨੂੰ ਕਹਿੰਦੇ ਕਿ ਸਮੱਸਿਆ ਨੂੰ ਸਮਝਣ ਦੀ ਗੱਲ ਨਹੀਂ ਹੋਏਗੀ। ਮੈਨੂੰ ਲੱਗਦਾ ਕਿ ਡਿਵੈਲਪਮੈਂਟ ਦਾ ਮਾਡਲ ਗਲਤ ਹੈ ਔਰ ਜਿਹੜਾ ਖੇਤੀ ਦਾ ਮਾਡਲ ਲੈ ਕੇ ਆਏ ਜਾਂ ਫੂਡ ਸਿਕਿਉਰਿਟੀ ਦਾ ਜਿਹੜਾ ਮਾਡਲ ਲੈ ਕੇ ਆਏ, ਉਹ ਫੂਡ ਸਿਕਿਉਰਿਟੀ ਦਾ ਮਾਡਲ ਹੀ ਐਸਾ ਸੀ ਕਿ ਜਿਹਦੇ ਵਿੱਚ ਤੁਸੀਂ ਵੀਟ ਐਂਡ ਰਾਈਸ ਇਹ 2 ਚੀਜ਼ਾਂ ਵੱਲ ਫੋਕਸ ਕੀਤਾ ਔਰ ਰਾਈਸ ਕਿਹੜਾ ਉਗਾ ਸਕਦੇ ਸੀ ਤੁਸੀਂ ਉਹ ਲੱਭੇ, ਜਿੱਥੇ ਇਰੀਗੇਸ਼ਨ ਦੀ ਅਵੇਲੇਬਿਲਿਟੀ ਸੀ ਜਾਂ ਜਿਹੜੇ ਲੋਕ ਕਰ ਸਕਦੇ ਸੀ ਤੁਸੀਂ ਉਹਨੂੰ ਪੁਸ਼ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਪ੍ਰੋਬਲਮ ਦੇਸ਼ ਦੀ ਹੈ, ਪਹਿਲੀ ਗੱਲ ਤੇ ਕਹਿ ਕਵਾਂਗਾ। ਦੂਜੀ ਗੱਲ, ਕੱਲਾ ਪੰਜਾਬ ਨਾਲ ਧੱਕਾ ਨਹੀਂ ਹੋਇਆ, ਦੇਸ਼ ਦੇ ਅੰਦਰ ਸਾਰੇ ਇੰਡੀਆ 'ਚ ਇਹ ਹਾਲਤ ਹੈ ਪਾਣੀ ਦੇ। ਮਤਲਬ ਬੁੰਦੇਲਖੰਡ ਦੀ ਹਾਲਤ ਸਾਡੇ ਤੋਂ ਜ਼ਿਆਦਾ ਮਾੜੀ ਹੈਗੀ ਹੈ, ਵਿਦਰਭ ਦੀ ਹਾਲਤ ਸਾਡੇ ਤੋਂ ਜ਼ਿਆਦਾ ਮਾੜੀ ਹੈਗੀ ਹੈ। ਇਹ ਗੱਲ ਨੂੰ ਆਪਾਂ ਥੋੜਾ ਸਮਝ ਲਈ ਪਹਿਲੇ ਤਾਂ। ਦੂਜਾ ਮੈਂ ਕਹਾਂਗਾ ਕਿ ਬਈ ਜਿਹੜਾ ਪ੍ਰਕਿਰਤੀ ਦਾ ਕੈਲੰਡਰ ਹੈ, ਜਿਹੜਾ ਨੇਚਰ ਦਾ ਕੈਲੰਡਰ ਹੈ, ਉਹ ਲੰਬਾ ਚੱਲਦਾ ਹੈ। ਆਪਾਂ ਚੱਲਦੇ ਹਾਂ 5 ਸਾਲ ਦੇ ਹਿਸਾਬ ਨਾਲ, ਪੰਚਵਰਸ਼ੀ ਯੋਜਨਾ। ਆਪਣਾ ਕੈਲੰਡਰ ਤਾਂ 12 ਮਹੀਨਿਆਂ ਤੋਂ ਹੁੰਦਾ ਹੈ, 12 ਪੇਜ ਪਲਟੋ ਕੈਲੰਡਰ ਪੂਰਾ ਹੋ ਜਾਂਦਾ। ਸਾਡੇ ਉਸਤਾਦ ਜੀ ਸੀ ਅਨੁਪਮ ਮਿਸ਼ਰ, ਇੱਕ ਗਾਂਧੀਵਾਦੀ ਪਰਿਆਵਰਣ ਵਿਦ ਸੀ, ਉਹ ਕਹਿੰਦੇ ਹੁੰਦੇ ਸੀ ਕਿ ਪ੍ਰਕਿਰਤੀ ਦਾ ਕੈਲੰਡਰ ਤਾਂ ਲੱਖਾਂ ਉਹਦਾ ਹੈਗਾ। ਪ੍ਰਕਿਰਤੀ ਦੇ ਕੈਲੰਡਰ ਨੂੰ ਜਦ ਤੱਕ ਸਮਝ ਕੇ ਅਸੀਂ ਆਪਣੀ ਡਿਵੈਲਪਮੈਂਟ ਦੇ ਮਾਡਲ ਨੂੰ ਇਵੋਲਵ ਨਹੀਂ ਕਰਾਂਗੇ, ਚੀਜ਼ਾਂ ਠੀਕ ਦਿਸ਼ਾ 'ਚ ਨਹੀਂ ਜਾਣਗੀਆਂ। ਮੈਂ 2-3 ਗੱਲਾਂ ਇੱਥੇ ਕਹਿਣਾ ਚਾਹਾਂਗਾ। ਇੱਕ ਤਾਂ ਇੱਥੇ ਸਾਨੂੰ ਖੇਤੀ ਦਾ ਮਾਡਲ ਬਣਨਾ ਚਾਹੀਦਾ। ਦੂਜਾ, ਪੰਨੂ ਸਾਹਿਬ ਬੈਠੇ ਨੇ, ਇਹ ਵੱਟਾਂ ਤੇ ਝੋਨੇ ਵਾਲਾ ਮੁੱਦਾ ਵੀ ਹੈਗਾ, ਅਗਰ ਪੰਨੂ ਸਾਹਿਬ ਵਿੱਚ ਕਲੀਅਰ ਕਰ ਸਕਣ। ਬਿਲਕੁਲ, ਵੱਟਾਂ ਤੇ ਝੋਨਾ, ਡਾਕਟਰ ਦਲੇਰ ਸਿੰਘ ਲੁਧਿਆਣੇ ਵਾਲੇ ਹੈਗੇ ਨੇ, ਉਹਨਾਂ ਨੇ ਇੱਕ ਟੈਕਨੀਕ ਲਾਈ, ਉਹਦੇ 'ਚ ਕੱਦੂ ਕਰਨ ਦੀ ਲੋੜ ਨਹੀਂ ਪੈਂਦੀ, ਬਹੁਤ ਪਾਣੀ ਬਚਦਾ ਹੈਗਾ। ਉਹ ਕਿੱਥੇ ਕਿ ਮਾਮਲਾ ਫਸਿਆ ਹੋਇਆ ਮੈਨੂੰ ਨਹੀਂ ਪਤਾ। ਮੈਨੂੰ ਕਈ ਲੋਕ ਕਹਿੰਦੇ ਕਿ ਪੀਏਯੂ ਦਾ ਵਿਰੋਧ ਕਰਦਾ ਹੈ, ਪੀਏਯੂ ਨਾਲ ਸਹਿਮਤ ਨਹੀਂ ਹੈਗਾ। ਲੇਕਿਨ ਸਾਨੂੰ ਕੁਝ ਐਸੀਆਂ ਇਨੋਵੇਟਿਵ ਟੈਕਨੀਕਸ ਲੈ ਕੇ ਆਉਣੀ ਪੈਣਗੀਆਂ ਜਿਹੜੀ ਪਾਣੀ ਬਚਾਉਣਗੀਆਂ। ਕੱਲਾ ਝੋਨੇ ਨੂੰ ਦੋਸ਼ ਦੇਣ ਦੇ ਨਾਲ ਸੋਲੂਸ਼ਨ ਨਹੀਂ ਹੋਏਗਾ, ਇਹ ਮੈਂ ਇੱਥੇ ਕਹਾਂਗਾ। ਸਿਮਿਲਰਲੀ ਸਾਨੂੰ ਪੈਰਲਲੀ ਝੋਨੇ ਦੇ ਹੇਠਾਂ ਰਕਬਾ ਕੱਢਣ ਦੀ ਲੋੜ ਵੀ ਹੋਏਗੀ। ਕਾਟਨ 'ਚ ਕਿਵੇਂ ਲੈ ਕੇ ਜਾਵਾਂਗੇ? ਕਾਟਨ ਦੀ ਮਾਰਕੀਟ ਬੜੀ ਫਲਕਚੁਏਟ ਕਰਦੀ ਹੈ ਔਰ ਕਾਟਨ 'ਚ ਪੈਸਟ ਦਾ ਇਸ਼ੂ ਹੈਗਾ, ਹੋਰ ਇਸ਼ੂਜ਼ ਹੈਗੇ ਨੇ ਜੀ। ਸਾਨੂੰ ਮੈਨੂੰ ਲੱਗਦਾ ਕਿ ਟੋਟਲ ਜਿਹੜੀ ਖੇਤੀ ਹੈ ਤੈਅ ਕਰਨਾ ਪਏਗਾ। ਅਸੀਂ ਹੁਣ ਦੇ 10 ਸਾਲ 20 ਸਾਲ ਦੇ ਬਾਰੇ ਸੋਚਣਾ ਹੈ ਕਿ ਆਉਣ ਵਾਲੇ 200 ਸਾਲ ਬਾਰੇ ਸੋਚਣਾ ਹੈ। ਚੜੀ ਸਾਹਿਬ ਕਹਿੰਦੇ ਨੇ ਕਿ ਕਿਸਾਨ ਤਾਂ ਹੁਣ ਮਰ ਰਿਹਾ, ਉਹਦੇ ਬੱਚਿਆਂ ਦਾ ਕੀ ਕਰਾਂਗੇ? ਮੈਨੂੰ ਲੱਗਦਾ ਕਿ ਇਹ ਸ਼ਾਰਟ ਸਾਈਟਡਨੈਸ ਹੋਏਗੀ। ਅਸੀਂ ਪੈਸਟੀਸਾਈਡ ਦੇ ਬਾਰੇ ਆਲਰੇਡੀ ਸ਼ਾਰਟ ਸਾਈਟਡਨੈਸ ਕੀਤੀ ਹੈ ਔਰ ਪੰਜਾਬ ਨੂੰ ਕੈਂਸਰ ਦੀ ਰਾਜਧਾਨੀ ਬਣਾਤਾ। ਜਾਂ ਚਲੋ ਪੰਜਾਬੀਆਂ ਦੇ ਖੂਨ 'ਚ ਅੱਜ ਪੈਸਟੀਸਾਈਡ ਵੜ ਗਿਆ, ਉਹ ਅਸੀਂ ਸ਼ਾਰਟ ਸਾਈਟਡਨੈਸ ਅਸੀਂ ਅਡਾਪਟ ਕੀਤੀ ਸੀ ਟੂ ਗਰੋ ਦਾ ਫੂਡ। ਪੈਸਟ ਮੈਨੇਜਮੈਂਟ
ਜਾਂ ਪਲਾਂਟ ਹੈਲਥ ਕੇਅਰ ਦੇ ਲਈ ਜੀ ਉਹ ਮਾਡਲ ਉਹ ਅਪਰੋਚ ਗਲਤ ਹੋਈ। ਸਿਮਿਲਰਲੀ ਹੁਣ ਪਾਣੀ ਦੇ ਸੰਕਟ 'ਚ ਵੀ ਸਾਨੂੰ ਲੌਂਗ ਟਰਮ ਸੋਚਣਾ ਚਾਹੀਦਾ ਹੈ, ਮੈਨੂੰ ਇਹ ਲੱਗਦਾ ਹੈਗਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡਾ ਖਾਸ ਪ੍ਰੋਗਰਾਮ ਵਿਚਾਰ ਚਰਚਾ ਚੱਲ ਰਹੀ ਹੈ, ਮਾਰੂਥਲ ਬਣਦਾ ਪੰਜਾਬ, ਕਿਉਂ ਬਣ ਰਿਹਾ ਮਾਰੂਥਲ, ਇਸ ਬਾਰੇ ਜ਼ਿਕਰ ਕਰਦੇ ਹਾਂ। ਲੁਧਿਆਣਾ ਚੱਲਦੇ ਹਾਂ ਜਿੱਥੇ ਕੇਜੀ ਸਿੰਘ ਸਾਹਿਬ ਮੌਜੂਦ ਨੇ। ਕੇਜੀ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਨਾ ਕਿ ਜਿਹੜੀ ਵਾਰ-ਵਾਰ ਇਹ ਗੱਲ ਆਉਂਦੀ ਹੈ ਕਿ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਹੈ PAU ਦੀ ਕਿ ਉਹ ਸਾਨੂੰ ਕੀ ਵਿਕਲਪ ਦਿੰਦੇ ਨੇ, ਜਿਹੜਾ ਵਿਕਲਪ ਦਿੰਦੇ ਨੇ ਉਹ ਕਿੰਨਾ ਕੁ ਬੈਟਰ ਹੈਗਾ, ਉਹਦੇ ਨਾਲ ਪਾਣੀ ਦਾ ਸਰੋਤ ਕਿੰਨੇ ਕੁ ਬਚਦੇ ਨੇ, ਇੱਕ ਵੱਡੀ ਜ਼ਿੰਮੇਵਾਰੀ ਤੁਹਾਡੀ ਹੈਗੀ ਹੈ। ਜੇ ਉਹ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਗਈ ਤਾਂ ਉਹਦਾ ਜ਼ਿੰਮੇਵਾਰ ਵੀ ਤੁਸੀਂ ਹੋ। ਹਾਂਜੀ, ਮੇਰੇ ਖਿਆਲ 'ਚ ਆਪਾਂ ਪਹਿਲਾਂ ਨਾ ਆਪਾਂ ਹੁਣ ਹਾਲਾਤ ਇਦਾਂ ਦੇ ਬਣ ਗਏ ਵੀ ਆਪਾਂ ਇੱਕ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਾਂ ਇਹ ਸਾਰੇ ਰਲ ਮਿਲ ਕੇ ਇਹ ਸੋਚੀਏ ਕਿ ਆਪਾਂ ਪਾਣੀ ਕਿੱਦਾਂ ਬਚਾਉਣਾ। ਜੀ, ਮੈਂ ਹੁਣ ਥੋੜੇ ਜਿਹੇ ਤੁਹਾਨੂੰ ਅੰਕੜੇ ਨਾਲ ਦੱਸਾਂਗਾ ਕਿ ਜਿਹੜਾ ਯੂਨੀਵਰਸਿਟੀ ਨੇ ਅਸੀਂ ਤਕਨੀਕਾਂ ਦੱਸੀਆਂ ਹੋਈਆਂ ਵੀ ਤੁਸੀਂ ਜੇ ਝੋਨਾ ਹੀ ਲਾਣਾ ਤੇ ਉਹਨੂੰ ਤੁਸੀਂ ਕਿੱਦਾਂ ਪਾਣੀ ਆਪਾਂ ਬਚਾ ਸਕਦੇ, ਆਪਾਂ ਰਲ ਮਿਲ ਕੇ ਹੀ ਪਾਣੀ ਬਚਾਉਣਾ। ਪਹਿਲਾਂ ਦੇਖੋ ਵੀ ਜੇ ਆਪਾਂ ਇੱਕ ਦਿਨ ਝੋਨੇ ਨੂੰ ਸ਼ਿਫਟ ਕਰਦੇ ਆ ਨਾ, ਲੇਟ ਕਰਦੇ ਆ, 10 ਜੂਨ ਤੋਂ ਬਾਅਦ 11 ਤੇ ਲਾ ਜਾਂਦੇ ਆ, ਡਾਕਟਰ ਸਾਹਿਬ 1.5 ਸੈਂਟੀਮੀਟਰ ਪਾਣੀ ਤਕਰੀਬਨ ਸਾਡਾ ਬਚ ਜਾਊਗਾ। ਹਾਂਜੀ ਹਾਂਜੀ ਜੀ ਜੀ, ਇੱਕ ਮਿੰਟ, ਮੈਂ ਉਮਿੰਦਰ ਜੀ ਪਹਿਲੇ ਪੂਰੀ ਗੱਲ ਕਰ ਲੈਣ ਦੀ ਹੈ, ਫਿਰ ਸਵਾਲ ਜਿਹੜਾ ਵੀ ਤੁਹਾਡਾ ਹੋਇਆ ਆਪਾਂ ਸਵਾਲ ਲੈ ਲਾਂਗੇ। ਇੱਕ ਮਿੰਟ ਕੇਜੀ ਸਿੰਘ ਤੋਂ ਪਹਿਲਾਂ ਆਪਾਂ ਪੂਰੀ ਗੱਲ ਲੈ ਲਈਏ ਉਮਿੰਦਰ ਜੀ, ਫਿਰ ਮੈਂ ਤੁਹਾਡੇ ਸਵਾਲ ਵੀ ਲੈ ਲਾਂਗਾ। ਇੱਕ ਮਿੰਟ ਗੱਲ ਕਰ ਲੈਂਦੀ ਉਹਨਾਂ ਨੂੰ। ਹਾਂਜੀ 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 ਕੇਜੀ ਸਿੰਘ, ਹਾਂਜੀ ਠੀਕ। ਹਾਂਜੀ, ਪਹਿਲਾਂ ਤਾਂ ਇਹ ਹੈ ਕਿ ਜੇ ਆਪਾਂ 10 ਜੂਨ ਤੋਂ ਬਾਅਦ ਇੱਕ ਦਿਨ ਵੀ ਸ਼ਿਫਟ ਕਰਦੇ ਆ ਝੋਨੇ ਨੂੰ ਤੇ ਆਪਾਂ 1.5 ਸੈਂਟੀਮੀਟਰ ਪਰ ਈਅਰ ਪਾਣੀ ਬਚ ਜਾਂਦਾ। ਜੇ ਆਪਾਂ ਯੂਨੀਵਰਸਿਟੀ ਦੇ ਦੱਸੀਆਂ ਹੋਈਆਂ ਤਕਨੀਕਾਂ ਦੇ ਮੁਤਾਬਕ ਲੇਜ਼ਰ ਲੈਵਲਰ, ਆਪਟੀਮਮ ਸਾਈਜ਼, ਸ਼ਾਰਟ ਡਿਊਰੇਸ਼ਨ ਵੈਰਾਈਟੀ ਲਾ ਲੈਂਦੇ ਆ ਤੇ ਇਹਦੇ ਨਾਲ ਵੀ ਆਪਣਾ 1.5 ਸੈਂਟੀਮੀਟਰ ਪਰ ਈਅਰ ਪਾਣੀ ਆਪਾਂ ਬਚਾ ਸਕਦੇ ਠੀਕ ਆ। ਹੈ। ਦੂਜਾ ਇੱਕ ਇਹ ਗੱਲ ਆ ਗਈ ਅੱਜ ਕੱਲ੍ਹ ਕਿ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਫਲੈਸ਼ ਫਲੱਡ ਆਉਂਦੇ ਆ, ਰੇਨਫਾਲ ਘਟ ਗਈ, ਮੀਂਹ ਆਉਂਦਾ ਇੱਕੋਦਮ ਇਕੱਠਾ ਆ ਜਾਂਦਾ, ਇਹਦੇ ਨਾਲ ਕੀ ਆ ਕਿ ਵੀ ਆਪਾਂ ਨੂੰ ਜਿਹੜੀ ਝੋਨੇ ਦੀਆਂ ਵੱਟਾਂ ਹੈਗੀਆਂ ਨਾ ਉਹਨੂੰ ਆਪਾਂ ਡਾਈਕ ਹਾਈਟ ਕਹਿੰਦੇ ਆ, ਉਹ ਡਾਈਕ ਹਾਈਟ ਜਿਹੜੀ ਵਧਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਪਾਣੀ ਜਿਹੜਾ ਨਾ ਝੋਨੇ ਦੇ ਖੇਤਾਂ 'ਚ ਹੀ ਰਵੇ, ਬਾਹਰ ਨਾ ਜਾਵੇ। ਸਾਡੇ ਪਿੰਡਾਂ 'ਚ 12,000 ਪਿੰਡ ਹੈਗੇ ਆ ਪੰਜਾਬ 'ਚ, 12,000 ਹੀ ਆਪਣੇ ਕੋਲ ਪੌਂਡ ਹੈਗੇ, ਵਿਲੇਜ ਪੌਂਡ ਜਿਹੜੇ ਆ, ਵੀ ਉਹਨਾਂ ਨੂੰ ਰੈਨੋਵੇਟ ਕਰਨ ਦੀ ਜ਼ਰੂਰਤ ਆ। ਪੰਨੂ ਸਾਹਿਬ ਨਾਲ ਵੀ ਇੱਕ ਵਾਰੀ ਗੱਲਬਾਤ ਹੋਈ ਸੀ, ਉਹ ਕਰ ਰਹੇ ਆ ਇਸ ਗੱਲ 'ਚ ਵੀ ਆਪਾਂ ਨੂੰ ਪੌਂਡ ਨੂੰ ਰੈਨੋਵੇਟ ਕਰ ਲਈਏ, ਉਹਦੇ ਨਾਲ ਗਰਾਊਂਡ ਵਾਟਰ ਰਿਚਾਰਜ ਹੋ ਜਾਏਗਾ। 7.5 ਲੱਖ ਹੈਕਟੇਅਰ ਏਰੀਆ ਸਾਡਾ ਕਪਾਹ ਥੱਲੇ, ਗੰਨੇ ਥੱਲੇ, ਸਬਜ਼ੀਆਂ ਥੱਲੇ, ਬਾਗਾਂ ਥੱਲੇ ਹੈਗਾ। ਜੇ ਆਪਾਂ ਇਹ ਡ੍ਰਿਪ ਥੱਲੇ ਲੈ ਆਈਏ ਤੇ ਆਪਾਂ ਇਹਦੇ 'ਚ ਕਾਫੀ ਪਾਣੀ ਬਚਾ ਸਕਦੇ ਹਾਂ। ਹੁਣ ਇਹ ਜੇ ਆਪਾਂ ਮਾਈਕਰੋ ਇਰੀਗੇਸ਼ਨ ਦੀ ਮੈਂ ਗੱਲ ਕਰ ਰਿਹਾ, ਮਾਈਕਰੋ ਇਰੀਗੇਸ਼ਨ ਜੇ ਆਪਾਂ ਵੀਟ ਰਾਈਸ ਦੇ, ਜੇ ਆਪਾਂ ਝੋਨਾ ਹੀ ਲਾਣਾ, ਆਪਾਂ ਵੀਟ ਰਾਈਸ ਦੇ ਥੱਲੇ ਲਾ ਲਈਏ ਨਾ ਤੇ ਆਪਾਂ, ਮੈਂ ਕਹਿੰਦਾ ਵੀ 35,000 ਹੈਕਟੇਅਰ ਏਰੀਆ, ਸਿਰਫ ਜਿਹੜਾ 35 ਲੱਖ ਹੈਕਟੇਅਰ ਏਰੀਆ ਵੀਟ 'ਚ ਹੈਗਾ ਨਾ, ਆਪਾਂ ਉਹਦਾ 1% ਏਰੀਆ, 35,000 ਹੈਕਟੇਅਰ ਏਰੀਆ ਆਪਾਂ ਜੇ ਵੀਟ ਡ੍ਰਿਪ ਇਰੀਗੇਸ਼ਨ ਸਿਸਟਮ ਦੇ ਥੱਲੇ ਲੈ ਆਈਏ ਤੇ ਆਪਾਂ ਠੀਕ ਹੈ। ਅੱਛਾ ਇੱਕ ਗੱਲ ਦੱਸੋ ਮੈਨੂੰ ਕੇਜੀ ਸਿੰਘ ਜੀ, ਗੱਲ ਦੱਸੋ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗ ਰਹੀਆਂ ਨੇ ਸੁਣਨ ਦੇ ਵਿੱਚ। ਤੁਸੀਂ ਇਹ ਦੱਸੋ ਕਿ ਕਿਹੜਾ ਉਹ ਕਿਸਾਨ ਹੈ ਜਿਹਨੂੰ ਇਹ ਪਤਾ ਕਿ ਇਹ ਗੱਲਾਂ ਦੇ ਨਾਲ ਪਾਣੀ ਬਚਾ ਸਕਦੇ ਆ, ਉਹ ਇਸ ਨੂੰ ਅਮਲ ਦੇ ਵਿੱਚ ਨਹੀਂ ਲੈ ਕੇ ਆਂਦਾ? ਜੇ ਨਹੀਂ ਲੈ ਕੇ ਆਂਦਾ ਤਾਂ ਉਹਦਾ ਕਾਰਨ ਦੱਸੋ, ਤੁਹਾਨੂੰ ਕੀ ਕਾਰਨ ਨਜ਼ਰ ਆਂਦਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀਆਂ ਹਦਾਇਤਾਂ ਦਿੰਦੀ ਹੈ ਕਿਸਾਨ ਨੂੰ ਕਿਉਂ ਨਹੀਂ ਮੰਨਦੇ? ਕਿਉਂਕਿ ਮੇਰੇ ਖਿਆਲ 'ਚ ਜਿਆਦਾ ਗੱਲ ਤਾਂ ਇਹੀ ਆ ਕਿ ਕਿਉਂਕਿ ਆਪਣੇ ਦੇਸ਼ 'ਚ ਜਿਹੜਾ ਨਾ ਸਟ੍ਰਿਕਟ ਪਨਿਸ਼ਮੈਂਟਸ ਹੈ ਨਹੀਂ ਗਿਆ, ਇਸ ਕਰਕੇ ਪੋਲੀਟੀਕਲ ਸਿਸਟਮ ਲੂਜ਼ ਹੈਗਾ ਥੋੜਾ ਜਿਹਾ, ਇਸ ਕਰਕੇ ਮੇਰੇ ਖਿਆਲ 'ਚ ਮਤਲਬ ਕੋਲ ਲਾ ਕੇ ਠੀਕ ਰਿਹਾ ਕਿਸਾਨਾਂ ਦੇ ਸਿਰ ਹੀ ਪੰਡਾ ਜਾ ਰਿਹਾ। ਇੱਕ ਮਿੰਟ ਆਣਾ, ਮੈਨੂੰ ਟਾਈਮ ਦੇ ਦਿਓ ਕੇਜੀ ਸਿੰਘ ਜੀ, ਮੈਂ ਇੱਕ ਮਿੰਟ ਆਣਾ, ਇੱਕ ਮਿੰਟ ਮੈਨੂੰ ਪੰਨੂ ਸਾਹਿਬ ਤੋਂ ਦਖਲ ਲੈਣਾ ਪਏਗਾ। ਪੰਨੂ ਸਾਹਿਬ, ਜਿਹੜੀ ਗੱਲ ਯੂਨੀਵਰਸਿਟੀ ਮਾਹਰ ਤੁਹਾਡੇ ਸਾਹਮਣੇ ਕਹਿ ਰਹੇ ਨੇ ਕਿ ਆ ਸਾਡਾ ਹੈਗਾ ਸਰਕੂਲੇਸ਼ਨ ਵੀ ਆ ਚੀਜ਼ਾਂ ਦੇ ਨਾਲ ਤੁਸੀਂ ਝੋਨਾ ਲਾਓ ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਪਾਣੀ ਬਚਾ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕੋਈ ਕਿਸਾਨ ਅਜਿਹਾ ਹੋਏਗਾ ਜਿਹੜਾ ਚਾਹੇਗਾ ਕਿ ਪੰਜਾਬ ਦਾ ਪਾਣੀ ਨਾ ਬਚੇ। ਔਰ ਜੇ ਜਾਣ ਬੁੱਝ ਕੇ ਕੀਤਾ ਜਾ ਰਿਹਾ, ਤੁਹਾਡੇ ਸਾਹਮਣੇ ਕਹਿ ਰਹੇ ਨੇ ਕਿ ਸਖਤ ਸਜ਼ਾਵਾਂ ਨਹੀਂ ਹੈਗੀਆਂ, ਸਖਤੀ ਨਹੀਂ ਹੈਗੀ ਹੈ, ਪੋਲੀਟੀਕਲ ਵਿਸ਼ੇਸ ਐਵੇਂ ਦੀਆਂ ਹੈਗੀਆਂ ਕਿ ਸਖਤੀ ਨਹੀਂ ਕੀਤੀ ਜਾਂਦੀ, ਤਾਂ ਕਰਕੇ ਪਾਣੀ ਦੀ ਵੇਸਟੇਜ ਹੋ ਰਹੀ ਹੈ। ਮੈਂ ਇੱਕ ਮਿੰਟ ਚ ਐਡ ਕਰ ਦਿਆਂ। 3 ਟੈਕਨੀਕਸ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ। ਜੀ ਜੀ, ਲੇਜ਼ਰ ਲੈਵਲਰ, ਇੱਕ ਦਿਨ ਡਿਲੇ ਕਰਨਾ, ਜਾਂ ਰੇਜ਼ਡ ਬਰਡਸ। ਠੀਕ ਹੈ,
ਪੰਜਾਬ ਦੇ ਵਿੱਚ ਇਸ ਵੇਲੇ ਇੱਕ ਵੀ ਏਕੜ ਇਦਾਂ ਦਾ ਨਹੀਂ ਹੋਣਾ ਜਿਹੜਾ ਲੇਜ਼ਰ ਲੈਵਲਰ ਦੇ ਨਾਲ ਲੈਵਲਡ ਨਹੀਂ ਹੋਇਆ, ਜਿੱਥੇ ਵੀ ਝੋਨਾ ਲੱਗਦਾ ਹੈ। ਇਹ ਇੱਕ ਟੈਕਨੀਕ ਸੀ, ਚਾਹੇ ਉਹ ਯੂਨੀਵਰਸਿਟੀ ਡਿਵੈਲਪ ਕੀਤੀ, ਚਾਹੇ ਟੈਕਨੀਕ ਕਿਸੇ ਤਰ੍ਹਾਂ ਨਾਲ ਟੈਕਨੋਲੋਜੀ ਆਈ, ਅਗਰ ਪੰਜਾਬ ਦਾ ਕਿਸਾਨ ਉਹਨੂੰ 100% ਅਡਾਪਟ ਕਰ ਸਕਦਾ ਹੈ ਤੇ ਸਾਡੀ ਦੂਸਰੀ ਕਿਸੇ ਗੱਲ ਦੇ ਵਿੱਚ ਉਹ ਕਿਉਂ ਨਹੀਂ ਹਾਂਜੀ ਕੋਆਪਰੇਟ ਪੰਨੂ ਕਰਦੇ? ਸਾਹਿਬ ਤੁਹਾਡੀ ਸਟੱਡੀ ਕੀ ਕਹਿੰਦੀ ਹੈ? ਦੇਖੋ ਜੀ, ਡਾਕਟਰ ਸਾਹਿਬ ਨੇ ਵੀ ਜਿਵੇਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਉਹੀ ਗੱਲ ਕੀਤੀ ਹੈ ਕਿ ਝੋਨੇ ਨਾਲ ਆਪਾਂ ਸਮਝੌਤਾ ਕਰੀਏ। ਝੋਨੇ ਨੂੰ ਆਪਾਂ ਇਹ ਨਾ ਕਰੀਏ ਕਿ ਝੋਨਾ ਸਾਡਾ ਬਹੁਤ ਵੱਡਾ ਦੁਸ਼ਮਣ ਬਣ ਗਿਆ। ਝੋਨਾ ਉਹ ਕ੍ਰੌਪ ਹੈ ਜਿਹੜੇ ਨੇ ਪੰਜਾਬ ਨੂੰ ਇਸ ਤੇ ਤਰੱਕੀ ਦੀਆਂ ਇਸ ਮੰਜ਼ਿਲਾਂ ਤੱਕ ਲੈ ਕੇ ਆਂਦਾ ਪਿਛਲੇ 40 ਸਾਲਾਂ 'ਚ। ਸਾਡੀ ਜ਼ਮੀਨ ਨੂੰ ਬਹੁਤ ਵਧੀਆ ਬਣਾਇਆ ਹੈ, ਬੜਾ ਕੁਝ ਕੀਤਾ ਹੈ ਝੋਨੇ ਨੇ। ਲੋਕਾਂ ਨੂੰ ਬੜੀ ਉਹਨਾਂ ਦੀ ਸੁੱਖ ਸੁਵਿਧਾਵਾਂ ਦਿੱਤੀਆਂ ਨੇ। ਝੋਨੇ ਦੇ ਵਿੱਚ ਪਾਣੀ ਜਿਹੜਾ ਹੈ ਉਹ ਸਾਡਾ ਦੁਸ਼ਮਣ ਹੈ ਕਿ ਝੋਨੇ 'ਚ ਪਾਣੀ ਜਦੋਂ ਅਸੀਂ ਕੱਦੂ ਕਰਕੇ ਲਾਉਂਦੇ ਹਾਂ। ਡਾਕਟਰ ਸਾਹਿਬ ਨੇ ਦੱਸਿਆ ਵੀ ਤਕਨੀਕਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ। ਅਸੀਂ 10-11 ਤਕਨੀਕ ਆਈ ਕਿ ਲੇਜ਼ਰ ਲੈਵਲ ਕਰ ਦਿਓ। ਸਰਾਜ ਸਾਹਿਬ ਨੇ ਹੁਣੇ ਦੱਸਿਆ ਕਿ ਅਸੀਂ ਪੰਜਾਬ ਦੀ ਲਗਭਗ ਸਾਰੀ ਜ਼ਮੀਨ ਨੂੰ ਲੇਜ਼ਰ ਲੈਵਲ ਕਰ ਚੁੱਕੇ ਹਾਂ। ਸਾਡਾ ਉਹਦਾ ਬੜਾ ਬੈਨੀਫਿਟ ਹੋਇਆ ਉਸ ਗੱਲ ਦਾ। ਦੂਜਾ ਆ ਗਿਆ ਕਿ ਡਿਲੇ ਕਰਨ ਦਾ। ਪੰਜਾਬ ਪਹਿਲਾ ਸੂਬਾ ਸੀ ਦੁਨੀਆ ਦੇ ਵਿੱਚ ਜਿਹੜੇ ਨੇ 10 ਜੂਨ ਫਿਕਸ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ। ਉਸ ਤੋਂ ਬਾਅਦ ਹੌਲੀ ਹੌਲੀ 5 ਸਾਲਾਂ 'ਚ ਵਧਾ ਕੇ 15 ਤੇ ਲੈ ਗਏ। ਉਸ ਤੋਂ ਬਾਅਦ ਹੌਲੀ ਹੌਲੀ ਵਧਾ ਕੇ 20 ਤੇ ਲੈ ਗਏ। 20 ਤੇ ਜਦੋਂ ਲੈ ਕੇ ਗਏ ਤਾਂ ਇੱਕ ਸਾਲ ਦੇ ਵਿੱਚ ਪ੍ਰੋਬਲਮ ਕੁਦਰਤੀ ਇਹ ਆਈ ਕੁਦਰਤ ਨੇ ਕਿ 27 ਸਤੰਬਰ ਨੂੰ ਬਹੁਤ ਜ਼ਿਆਦਾ ਮੀਂਹ ਪੈ ਗਏ, ਜਿਹਦੇ ਕਰਕੇ ਥੋੜੀ ਜਿਹੀ ਨਮੀ ਆ ਗਈ, ਰੌਲਾ ਪੈ ਗਿਆ। ਦੁਬਾਰਾ ਉਹ ਮੁੜ ਕੇ 13 ਤਰੀਕ ਤੇ ਆ ਗਿਆ, ਜਿਹੜਾ ਕਿ ਬੜਾ ਅਨਫੋਰਚੂਨੇਟ ਹੈ। ਪਰ ਚਲੋ ਆਉਣ ਵਾਲੇ ਸਮੇਂ 'ਚ ਫਿਰ ਹੋਰ ਚੀਜ਼ਾਂ ਠੀਕ ਹੋਣਗੀਆਂ। ਹੁਣ ਦੂਜੀ ਗੱਲ ਇਹਨਾਂ ਨੇ ਦੱਸੀ ਹੈ ਕਿ ਵੱਟਾਂ ਤੇ ਝੋਨਾ ਲਾਉਣ ਵਾਲੀ ਗੱਲ ਉਮਿੰਦਰ ਦੱਤ ਜੀ ਨੇ ਵੀ ਕੀਤੀ, ਕਈਆਂ ਨੇ ਕੀਤੀ। ਉਹ ਕੁਛ ਇਸ ਤਰ੍ਹਾਂ ਦੀਆਂ ਤਕਨੀਕਾਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਕਾਫੀ ਪਾਣੀ ਬਚਾ ਸਕਦੇ ਹਾਂ। ਉਹਦੇ ਸਭ ਤੋਂ ਵੱਡੀ ਜਿਹੜੀ ਤਕਨੀਕ ਚੱਲ ਰਹੀ ਹੈ ਉਹ ਹੈ ਕਿ ਸਿੱਧੀ ਬਜਾਈ ਕਣਕ ਵਾਂਗੂ ਝੋਨੇ ਦੀ ਕਰਨੀ, ਟਰਾਂਸਪਲਾਂਟੇਸ਼ਨ ਨਾ ਕਰਨੀ। ਕਿਉਂਕਿ ਝੋਨੇ ਦੇ ਵਿੱਚ ਸਭ ਤੋਂ ਵੱਡਾ ਜਦੋਂ ਕੱਦੂ ਕਰਦੇ ਹਾਂ ਅਸੀਂ ਉਹਨਾਂ ਦਿਨਾਂ 'ਚ, ਉਦੋਂ ਜਦੋਂ ਅਸੀਂ 6 ਇੰਚ ਪਾਣੀ ਉਹਦੇ ਵਿੱਚ ਖੜਾ ਰੱਖਦੇ ਹਾਂ 4 ਦਿਨ 5 ਦਿਨ ਬਹੁਤ ਗਰਮ ਹੋ ਜਾਂਦਾ ਤੇ ਉਹ ਸਾਡਾ ਨੁਕਸਾਨ ਬਹੁਤ ਕਰਦਾ। ਸੋ ਉਹਦੇ 'ਚ ਪਿਛਲੇ 2007 ਤੋਂ ਲਗਾਤਾਰ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਇਸ ਗੱਲ ਤੇ ਲੱਗਿਆ ਹੋਇਆ, ਮਸ਼ੀਨਾਂ ਡਿਵੈਲਪ ਕੀਤੀਆਂ, ਪਰ ਉਹ ਸਾਡਾ ਤਜਰਬਾ ਬਹੁਤ ਕਾਮਯਾਬ ਨਹੀਂ ਰਿਹਾ। ਕਿਉਂਕਿ ਉਹਦੇ 'ਚ ਬਹੁਤ ਜ਼ਿਆਦਾ ਨਦੀਨ ਹੋ ਜਾਂਦਾ ਸੀ, ਵੀਡਸ ਬਹੁਤ ਜ਼ਿਆਦਾ ਹੋ ਜਾਂਦੇ ਸੀ, ਸਾਡੇ ਕੋਲ ਉਹਦਾ ਹੱਲ ਨਹੀਂ ਸੀ। ਸੋ ਪਿਛਲੇ ਸਾਲ PAU ਨੇ ਨਵੀਂ ਇੱਕ ਤਕਨੀਕ ਦਿੱਤੀ ਹੈ, ਲੱਕੀ ਸੀਡਰ। ਜਿਸ ਤਰ੍ਹਾਂ ਹੈਪੀ ਸੀਡਰ ਕਣਕ ਵਾਸਤੇ ਲੈ ਕੇ ਆਏ ਆ, ਲੱਕੀ ਸੀਡਰ ਲੈ ਕੇ ਆਏ ਆ। ਪਿਛਲੇ ਸਾਲ ਅਸੀਂ ਉਹਦੇ ਨਾਲ 200 ਏਕੜ ਰਕਬਾ ਬੀਜਿਆ ਸੀ, ਐਤਕੀ ਲਗਭਗ 5000 ਏਕੜ ਰਕਬਾ ਬੀਜਿਆ, ਜਿਹੜੇ ਕਿ ਕਿਸਾਨਾਂ ਨੇ ਉਹਨੂੰ ਬਹੁਤ ਸਰਾਹਿਆ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਉਹ ਤਕਨੀਕ ਜਿਹੜੀ ਹੈ ਉਹ ਕਾਮਯਾਬ ਹੋਣ ਦੀ ਸੰਭਾਵਨਾ। ਮੈਂ 1 ਮਿੰਟ ਆਇਆ ਤੁਹਾਡੇ ਕੋਲ, ਮੇਰੇ ਕੋਲ ਇੱਕ ਸਵਾਲ ਹੈਗਾ ਤੁਹਾਡੇ ਲਈ, ਮੈਂ ਆਉਣਾ। ਉਸ ਤੋਂ ਪਹਿਲਾਂ ਉਮਿੰਦਰ ਦੱਤ ਜੀ ਕੁਝ ਪੁੱਛਣਾ ਚਾਹੁੰਦੇ ਸੀਗੇ, ਫਿਰ ਉਹ ਗੱਲ ਵਿੱਚ ਨਾ ਰਹਿ ਜਾਏ। ਹਾਂਜੀ ਉਮਿੰਦਰ ਦੱਤ ਜੀ। ਨਹੀਂ, ਮੈਂ ਇਹ ਕਲੈਰੀਫਿਕੇਸ਼ਨ ਚਾਹਨਾ ਪੰਨੂ ਸਾਹਿਬ ਦੱਸਣਗੇ ਜਾਂ PAU ਵਾਲੇ ਸੱਜਣ ਕਿ ਡਾਕਟਰ ਦਲੇਰ ਸਿੰਘ ਦੀ ਜਿਹੜੀ ਟੈਕਨੀਕ ਹੈ, ਕਿਆ PAU ਉਹਦੇ ਹੱਕ 'ਚ ਹੈ ਜਾਂ ਉਹਦੇ ਵਿਰੋਧ ਵਿੱਚ ਹੈ? ਕਿਹੜੀ ਟੈਕਨੀਕ ਹੈ? ਟੈਕਨੀਕ ਦੱਸੋ ਨਾ, ਫਿਰ ਆਪਾਂ ਸਵਾਲ ਪੁੱਛਣਾ। ਮੈਂ ਦੱਸ ਦਿੰਦਾ ਜੀ। ਵੱਟਾਂ ਤੇ ਝੋਨਾ ਵੱਟਾਂ ਤੇ ਬਿਨਾਂ ਕੱਦੂ ਕੀਤੇ ਹੋਏ ਬਿਲਕੁਲ ਪੁੱਛ ਲੈਣੇ। ਬਿਲਕੁਲ ਸਹੀ ਗੱਲ ਹੈ ਜੀ। ਸਰਦਾਰ ਦਲੇਰ ਸਿੰਘ ਉਹਨਾਂ ਦੀ ਟੈਕਨੀਕ 2006 ਤੋਂ ਅਸੀਂ ਲਗਾਤਾਰ ਉਹਦੇ ਨਾਲ ਵਾਬਸਤਾ ਹੈ। ਪਿਛਲੇ ਸਾਲ ਵੀ ਇੱਥੇ ਚਾਲਾਂ ਪਿੰਡ ਦੇ ਵਿੱਚ ਮੈਂ ਜਾ ਕੇ ਆਇਆ, ਆਪ ਕਿਸਾਨਾਂ ਨਾਲ ਗੱਲਬਾਤ ਕਰਕੇ ਆਇਆ ਵੀ ਕਿਵੇਂ ਚੱਲਦਾ। ਕੋਈ PAU ਦੇ ਖਿਲਾਫ ਨਹੀਂ ਹੈ। ਉਹ ਟੈਕਨੀਕ ਪਿਛਲੇ 2007 ਤੋਂ ਲਾ ਕੇ ਹੁਣ ਤੁਸੀਂ 12 ਸਾਲ ਦੀ ਚੱਲ ਰਹੀ ਹੈ। ਕੁਝ ਕਿਸਾਨ ਅਪਣਾ ਲੈਂਦੇ ਨੇ, ਕੁਝ ਨਹੀਂ ਅਪਣਾਉਂਦੇ। ਆਪਣਾ ਕਿਸਾਨ ਦਾ ਤਰੀਕਾ ਹੈ, ਕਿਉਂਕਿ ਵੱਟਾਂ ਤੇ ਝੋਨਾ ਲਾਉਣ ਦਾ ਇੱਕ ਮੈਥਡ ਹੈ। ਉਹਦੇ ਨਾਲ ਸਾਨੂੰ ਕੋਈ ਖਾਸ ਕਿਸਮ ਦੀ ਜ਼ਮੀਨ ਚਾਹੀਦੀ ਹੈ, ਥੋੜ੍ਹੀਆਂ ਭਾਰੀਆਂ ਜ਼ਮੀਨਾਂ ਚਾਹੀਦੀਆਂ। ਜਿਹੜੀਆਂ ਦੂਜੀਆਂ ਜ਼ਮੀਨਾਂ, ਹਲਕੀਆਂ ਜ਼ਮੀਨਾਂ ਦੇ ਵਿੱਚ ਉਹ ਸਾਡੀ ਤਕਨੀਕ ਕਾਮਯਾਬ ਨਹੀਂ ਹੁੰਦੀ। ਪਰ ਹੌਲੀ ਹੌਲੀ ਲੋਕ ਜਿੱਥੇ ਜਿਹੜੇ ਏਰੀਆ ਦੇ ਵਿੱਚ ਕਾਮਯਾਬ ਹੋਈ ਹੈ ਜ਼ਰੂਰ ਕਰਨਗੇ। ਖੇਤੀਬਾੜੀ ਯੂਨੀਵਰਸਿਟੀ ਜਿਹੜੀ ਗੱਲ ਪੰਨੂ ਸਾਹਿਬ ਕਹਿ ਰਹੇ ਨੇ ਕਿ ਵੱਟਾਂ ਤੇ ਲਾਉਣ ਦੀ ਗੱਲ, ਜਿਵੇਂ ਖੇਤੀਬਾੜੀ ਮਾਹਰ ਨੇ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਨੇ ਕਿਹਾ ਕਿ ਸਾਡੇ ਇਹ ਤੌਰ ਤਰੀਕੇ ਨੇ, ਜੇ ਉਸ ਤਰੀਕੇ ਦੇ ਨਾਲ ਝੋਨਾ ਲਾਇਆ ਜਾਂਦਾ, ਸਮਝੌਤਾ ਕਰ ਲਿਆ ਜਾਂਦਾ ਝੋਨੇ ਦਾ, ਤੇ ਦੋਵੇਂ ਘਰ ਪੂਰੇ ਹੋ ਜਾਂਦੇ ਨੇ, ਪਾਣੀ ਵਾਲਾ ਘਰ ਵੀ ਤੇ ਤੁਹਾਡਾ ਘਰ ਵੀ। ਇਹ ਤਾਂ ਜੀ ਸਿਰਫ ਕਹਿਣ ਦੀਆਂ ਗੱਲਾਂ ਹੈ। ਨਹੀਂ, ਦੱਸੋ ਨਾ ਕਿਵੇਂ। ਮੈਂ ਤੁਹਾਨੂੰ ਦੱਸਦਾ ਨਾ, ਪਹਿਲਾਂ ਸੁੱਕਿਆ, ਜਿਸ ਤਰ੍ਹਾਂ ਪੰਨੂ ਸਾਹਿਬ ਨੇ ਕਿਹਾ ਵੀ ਸੁੱਕੇ ਝੋਨਾ ਬੀਜੋ। ਉਹ ਮੋਹਾਲੀ ਜ਼ਿਲ੍ਹੇ ਚੋਂ DC ਸਾਹਿਬ ਮੇਰੇ ਫਾਰਮ ਦੇ ਉੱਪਰ ਆਪ ਵਜਾ ਕੇ ਉਹਦਾ ਤਜਰਬਾ ਕਰਨ ਗਏ ਸੀ। ਅੱਛਾ। ਪਰ ਉਹ ਬਿਲਕੁਲ ਫੇਲ ਹੋ ਗਿਆ, ਜਿਸ ਤਰ੍ਹਾਂ ਇਹਨਾਂ ਨੇ ਵੀ ਦੱਸਿਆ ਉਹ ਫੇਲ ਹੋ ਗਿਆ। ਹੁਣ ਵੱਟਾਂ ਵਾਲਾ ਜੇ ਪਿਛਲੇ 10-12 ਸਾਲਾਂ ਤੋਂ ਆ ਤਾਂ ਉਹ ਲੋਕਾਂ ਦੇ ਵਿੱਚ ਕਿਉਂ ਨਹੀਂ ਪ੍ਰਚਲਿਤ ਹੈਗਾ? ਮੈਂ ਪੁੱਛਣਾ ਚਾਹੁੰਦਾ ਵੀ ਉਹ ਕਿੱਥੇ ਲੱਗਦਾ? ਸਾਡੇ ਇਲਾਕੇ ਮੈਂ ਤਾਂ ਆਪ ਨਹੀਂ ਦੇਖਿਆ, ਕਿਹੜੇ ਪਿੰਡ 'ਚ ਲੱਗਿਆ ਹੋਇਆ। ਤੇ ਦੂਜੀ ਮਸਲਾ, ਝੋਨੇ ਦੀਆਂ ਤਕਨੀਕਾਂ ਬਦਲਣ ਨਾਲ ਪਾਣੀ ਨਹੀਂ ਬਚਣਾ ਹੈਗਾ। ਉਹਦੇ ਵਿੱਚ ਸਰਕਾਰ ਨੇ ਜੇ ਕੁਝ ਕਰਨਾ ਤਾਂ ਪ੍ਰੈਕਟੀਕਲ ਕਰਨਾ ਪਊ। ਕਿਉਂਕਿ ਜੇ ਅਸੀਂ ਸਬਜ਼ੀ ਲਾ ਲੈਂਦੇ ਆ, ਉਹ ਸਾਡਾ ਖਰਚ ਪੂਰਾ ਨਹੀਂ ਕਰਦੀ, ਸਿੱਟਣੀ ਪੈਂਦੀ ਹੈ। ਜੇ ਕੋਈ ਹੋਰ ਫਸਲ ਬੀਜ ਲੈਂਦੇ ਆ, ਉਹਨੂੰ ਮੰਡੀ 'ਚ ਖਰੀਦਦਾਰ ਕੋਈ ਨਹੀਂ ਮਿਲਦਾ।
ਤੇ ਇਸ ਕਰਕੇ ਆਪਾਂ ਇਹਨੂੰ ਬਦਲੀਆਂ ਜਿੰਨੀਆਂ ਮਰਜ਼ੀ ਕਰੋ, ਸਰਕਾਰਾਂ ਨੂੰ ਇਹਦੇ ਵਿੱਚ ਜਾਂ ਤਾਂ ਸਾਡਾ ਦਰਿਆਵਾਂ ਦਾ ਪਾਣੀ ਸਾਨੂੰ ਦੇਣ, ਪੰਜਾਬ ਤਾਂ ਬਚੂਗਾ, ਜਾਂ ਛੋਟੀਆਂ ਫਸਲਾਂ ਸਬਜ਼ੀਆਂ ਦਾ ਬਾਕੀ ਚੀਜ਼ਾਂ ਬਾਈਓ ਚੀਜ਼ਾਂ ਦਾ ਖਰੀਦ ਸਰਕਾਰ ਨੂੰ ਕਰਨੀ ਪਵੇ। ਅਸੀਂ ਉਹ ਫਸਲ ਜਿਹੜੇ ਬਦਲੀਏ। ਠੇਰੀ ਸਾਹਿਬ ਵਿਕਲਪ ਨੇ, ਜਿਹੜੀਆਂ ਬਾਕੀ ਫਸਲਾਂ ਨੇ, ਮੱਕੀ ਹੈ, ਕਪਾਹ ਹੈ, ਗੰਨਾ ਹੈ, ਸਬਜ਼ੀਆਂ ਨੇ, ਕੀ ਉਹ ਤੁਹਾਨੂੰ ਬੈਨੀਫਿਟ ਨਹੀਂ ਦਿੰਦੀ ਜਿੰਨਾ ਝੋਨਾ ਬੈਨੀਫਿਟ ਦਿੰਦਾ? ਬੈਨੀਫਿਟ ਦੇਣੀ ਹੈ ਜੀ। ਗੰਨਾ ਸਭ ਤੋਂ ਵਧੀਆ ਫਸਲ ਹੈ। ਮੈਂ ਝੋਨੇ ਨਾਲੋਂ ਆਪ ਗੰਨੇ ਦਾ ਕਾਸ਼ਤ ਕਰ ਰਿਹਾ, ਹੁਣ ਵੀ ਗੰਨਾ ਬੀਜਦੇ ਆ, ਪਰ ਗੰਨੇ ਦੇ ਜਦ 3 ਸਾਲ ਪੈਸੇ ਹੀ ਨਹੀਂ ਮਿਲਣੇ, ਕਿਸਾਨ ਕਿੱਥੇ ਨੂੰ ਜਾਵੇ? 1 ਸਾਲ ਤਾਂ ਅਸੀਂ ਬੀਜ ਕੇ ਪੈਦਾ ਕਰਤਾ, ਕੋਲੋਂ ਖਰਚ ਕਰਤਾ, ਦੂਜੇ ਸਾਲ ਵੱਢਿਆ, ਲੋਕ ਤਾਂ ਸਿੱਟਣਾ ਕਹਿੰਦੇ, ਆਪਾਂ ਮਿੱਲ ਨੂੰ ਵੇਚਤਾ, ਤੇ ਉਹਦੇ ਪੈਸੇ ਤੀਜੇ ਸਾਲ ਵੀ ਮਿਲਦੇ ਨਹੀਂ ਹੈਗੇ, ਤਾਂ ਕਿਸਾਨ ਦਾ ਤਾਂ ਵਿਆਜ ਵੀ ਪੂਰਾ ਨਹੀਂ ਹੁੰਦਾ, ਉਹ ਕਿੱਥੋਂ ਘਰ ਚਲਾਊਗਾ? ਇਹ ਪੰਜਾਬ ਸਰਕਾਰ ਦਮਗਜੇ ਮਾਰਦੀ ਹੈ। ਜਿਹੜੀਆਂ ਕੋਆਪਰੇਟਿਵ ਮਿਲਾਂ ਉਹ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਪ੍ਰਾਈਵੇਟ ਪਰ ਦਾ ਜ਼ੋਰ ਪਾਉਨੇ, ਆਪਣਾ ਕਿਉਂ ਨਹੀਂ ਦਿੰਦੇ? ਠੀਕ ਹੈ। ਮੇਰਾ ਮਰਿੰਡਾ ਮਿਲ ਮਿਲਦਾ, ਮਰਿੰਡੇ ਮਿਲ ਦੇ ਪੈਸੇ ਅਜੇ ਫਰਵਰੀ ਦੇ ਪਏ ਹੈ, ਕਿਸਾਨ ਗੰਨਾ ਕਿਉਂ ਬੀਜੂਗਾ? ਫਿਰ ਕਿਉਂ ਬੀਜੇਗਾ? ਸਮੇਂ ਦੀ ਘਾਟ ਕਰਕੇ ਗੱਲ ਕਲੀਅਰ ਨਹੀਂ ਹੁੰਦੀ। ਮੇਰਾ ਡਾਕਟਰ ਸਾਹਿਬ ਪੀਏਯੂ ਵਾਲੇ ਡਾਕਟਰ ਸਾਹਿਬ ਦੇ ਗੱਲ ਦੇ ਵਿੱਚ ਇੰਟਰਰਪਟ ਕਰਨ ਦਾ ਨਾ ਮੇਰਾ ਮਤਲਬ ਇਹੀ ਸੀ ਕਿ ਅਗਰ ਟੈਕਨੀਕ, ਕੋਈ ਵੀ ਟੈਕਨੀਕ ਜਦੋਂ ਆਉਂਦੀ ਹੈ, ਅਗਰ ਉਹ ਕਿਸਾਨ ਦੇ ਐਕਸੈਪਟੇਬਲ ਹੈ, ਲੈਣ ਦੇ ਯੋਗ ਹੈ, ਤਾਂ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਤਰੱਦਦ ਨਹੀਂ ਕਰਨੀ ਪੈਂਦੀ। ਮੈਂ ਲੇਜ਼ਰ ਲੈਵਲਰ ਦੀ ਗੱਲ ਕੀਤੀ ਸੀ, ਔਰ ਜਿਹੜਾ ਇਹ ਜਿਸ ਤਰ੍ਹਾਂ ਅਮਿੰਦਰ ਦੱਤ ਜੀ, ਉਹਨਾਂ ਦਾ ਆਪਣਾ ਇੱਕ ਮਿਸ਼ਨ ਆ, ਉਹ ਇਸ ਤਰ੍ਹਾਂ ਨਾਲ ਜੁੜੇ ਹੋਏ ਆ। ਅਮਿੰਦਰ ਦੱਤ ਜੀ ਵੱਟਾਂ ਤੇ ਝੋਨਾ ਲਾਉਣਾ, ਹੋਰ ਇਹ ਟੈਕਨੀਕਸ, DSR ਟੈਕਨੀਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪੰਜਾਬ ਦੇ ਕਿਸਾਨ ਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਿਸਾਨੀ ਦੇ ਜਿਹੜੇ ਹਾਲਾਤ ਹੁੰਦੇ ਨੇ, ਲੇਬਰ ਦੀਆਂ ਸਮੱਸਿਆਵਾਂ ਔਰ ਹੋਰ ਸਾਰਾ ਕੁਝ, ਉਹਨਾਂ ਦੇ ਵਿੱਚ ਇਹ ਕਿਤੇ ਵੀ ਕੋਈ ਨਹੀਂ ਟਿਕਦੀ। ਅਗਰ ਇਹ ਟਿਕਦੀ ਹੋਵੇ, ਅਸੀਂ ਤਾਂ ਇੱਥੇ ਬੈਠ ਕੇ ਗੱਲ ਕਰਦੇ ਹਾਂ ਜਦ ਸਮਰਸੀਬਲ ਮੋਟਰ ਜਲ ਜਾਂਦੀ ਹੈ ਨਾ ਜੀ, ਔਰ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਕਿਸਾਨ ਉਹਨੂੰ ਬਦਲਦਾ ਹੈ, ਤਾਂ ਇਹ ਉਹਨੂੰ ਪਤਾ ਹੈ, ਉਹਦਾ ਵੀ ਸਾਰਾ ਪਰਿਵਾਰ, ਸਾਰੇ ਪਿੰਡ ਦਾ ਇਹ ਜ਼ੋਰ ਲੱਗਿਆ ਹੁੰਦਾ ਹੈ ਵੀ ਜੇ ਕਦੇ ਕਿਸੇ ਤਰੀਕੇ ਨਾਲ ਇਹਦੇ ਤੋਂ ਖਹਿੜਾ ਛੁੱਟ ਜਾਵੇ, ਪਰ ਨਹੀਂ ਛੁੱਟ ਰਿਹਾ, ਕਿਉਂਕਿ ਹੋਰ ਕੋਈ ਵਿਕਲਪ ਜਿਹੜਾ ਹੈਗਾ ਉਹਦੇ ਲਈ, ਕਿਸਾਨ ਦੇ ਲਈ ਨਹੀਂ ਹੈਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੁਣ ਮੈਂ ਇੱਕ ਮਿੰਟ ਹੀ ਲੈਣਾ ਚਾਹੂੰਗਾ। ਮੈਂ ਜਿਹੜੀ ਗੱਲ ਸਟਾਰਟਿੰਗ ਦੇ ਵਿੱਚ ਕੀਤੀ ਸੀ ਕਿ ਅਸੀਂ 10% ਦੇ ਉੱਪਰ ਇਨਵੈਸਟ ਕਰ ਰਹੇ ਹਾਂ, 90% ਛੱਡ ਰਹੇ ਹਾਂ। ਮੈਂ ਉਹਦੀ ਉਦਾਹਰਨ ਜਿਹੜੀ ਛੋਟੀ ਜਿਹੀ ਦਿੱਤੀ ਸੀਗੀ ਕਿ ਸਰਹੰਦ ਫੀਡਰ ਦੇ ਵਿੱਚੋਂ ਮਤਲਬ ਲਿਫਟ ਪੰਪ ਨੇ, ਉਹਨੇ 30,000 ਏਕੜ ਰਕਬਾ ਕਵਰ ਕਰ ਦਿੱਤਾ। ਕਿਉਂ ਨਹੀਂ ਸਾਡੀਆਂ ਐਫਰਟਸ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੂੰ ਨਾਲ ਲੈ ਕੇ ਸਾਡੀਆਂ ਐਫਰਟਸ, ਅਸੀਂ ਇਹ ਜਿਹੜੀਆਂ ਗੱਲਾਂ ਨੇ 1% ਵੱਜ ਜਾਏਗਾ, 1.5% ਵੱਜ ਜਾਏਗਾ, 2% ਵੱਜ ਜਾਏਗਾ, ਨਾ ਗਰਾਊਂਡ ਵਾਟਰ ਰੀਚਾਰਜਿੰਗ ਵਾਸਤੇ, ਗਰਾਊਂਡ ਵਾਟਰ ਰੀਚਾਰਜਿੰਗ ਦੇ ਪ੍ਰੋਜੈਕਟ ਦੇ ਉੱਪਰ ਅਸੀਂ ਕੰਮ ਕਰਨਾ ਚਾਹੁੰਦੇ ਆ, ਤੇ ਗਰਾਊਂਡ ਵਾਟਰ ਜਿਹੜਾ ਕੱਢਣ ਵਾਸਤੇ ਸਾਡੇ ਕੋਲ 40 ਲੱਖ ਟਿਊਬਵੈਲ ਲੱਗਿਆ ਹੋਇਆ। ਇਹ ਸਾਡੀਆਂ ਆਪ ਮੁਹਾਰੇ ਹੀ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਵਿਰੋਧੀ ਕੀਤੀਆਂ ਜਾ ਰਹੀਆਂ ਨੇ। ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਮੈਨੂੰ ਕੋਈ ਸਿੰਸੀਅਰਿਟੀ ਇਸ ਪ੍ਰੋਜੈਕਟ ਦੇ ਵਿੱਚ ਨਹੀਂ ਕਿਤੇ ਵੀ ਦਿਖ ਰਹੀ। ਇੱਕ ਹੋਰ ਉਦਾਹਰਨ ਮੈਂ ਵੀ ਐਡ ਕਰ ਦਿੰਦਾ। ਹਰਿਆਣਾ ਗਵਰਨਮੈਂਟ ਨੇ 7 ਜ਼ਿਲ੍ਹੇ ਅਜਿਹੇ ਨਿਸ਼ਾਨਦੇਹੀ ਕੀਤੀ, 7 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ 'ਚ ਝੋਨਾ ਨਹੀਂ ਬੀਜਿਆ ਜਾਏਗਾ, ਜਿਨ੍ਹਾਂ ਦੇ ਵਿੱਚ ਮੱਕੀ ਬੀਜੀ ਜਾਏਗੀ। ਉਹ ਇਨਸੈਂਟਿਵ ਦੇ ਰਹੇ ਨੇ ਕਿ 2,000 ਰੁਪਏ ਪਰ ਏਕੜ ਤੁਹਾਨੂੰ ਇਨਸੈਂਟਿਵ ਦਿਆਂਗੇ, ਬੀਜ ਵੀ ਦਿਆਂਗੇ ਔਰ ਮੰਡੀ ਕਰਨ ਦੀ ਗਾਰੰਟੀ ਵੀ ਦਿਆਂਗੇ। ਘੱਟੋ ਘੱਟ ਸਮਰਥਨ ਮੁੱਲ ਤੈਅ ਕਰਕੇ ਅਸੀਂ ਤੁਹਾਡੀ ਮੱਕੀ ਵੀ ਚੱਕਾਂਗੇ। ਅਜਿਹੇ ਉਪਰਾਲੇ ਕੀਤੇ ਜਾਂਦੇ ਨੇ 7 ਜ਼ਿਲ੍ਹਿਆਂ ਦੇ ਵਿੱਚ। ਤਾਂ ਫਿਰ ਇਹ ਅਜਿਹਾ ਉਪਰਾਲਾ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਪੰਨੂ ਸਾਹਿਬ, ਮੈਂ ਤੇਰੀ ਸਾਹਿਬ ਇੱਕ ਮਿੰਟ ਆਣਾ। ਹਾਂਜੀ, ਦੇਖੋ, ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਦੇ ਵਿੱਚ ਬਹੁਤ ਕੀਤੇ ਜਾ ਰਹੇ ਨੇ। ਅਸੀਂ ਹੁਣੇ ਕਾਟਨ ਦੀ ਗੱਲ ਕੀਤੀ ਸੀ ਕਿ ਕਾਟਨ ਦੇ ਵਿੱਚ ਉਪਰਾਲਾ ਕਰਦੇ ਹੋਏ ਅਸੀਂ 1 ਲੱਖ ਹੈਕਟੇਅਰ ਦੇ ਵਿੱਚ ਪਿਛਲੇ ਸਾਲ ਨਾਲੋਂ ਏਰੀਆ ਵੱਧ ਗਿਆ। ਮੱਕੀ ਦੇ ਵਿੱਚ ਵੀ ਪਿਛਲੇ ਸਾਲ 1.25 ਲੱਖ ਹੈਕਟੇਅਰ ਸੀ, ਐਤਕੀ ਸਾਡਾ ਟੀਚਾ ਉਹਨੂੰ 1,60,000 ਹੈਕਟੇਅਰ ਤੱਕ ਪਹੁੰਚਾਉਣ ਦਾ ਹੈਗਾ। ਜੋ ਹਰਿਆਣੇ ਦੇ ਵਿੱਚ ਉਹਨਾਂ ਨੇ 2,000 ਰੁਪਈਆ ਦਿੱਤਾ ਹੈਗਾ। 2,000 ਨਾਲ ਆ ਥੀਡੀ ਸਾਹਿਬ ਬੈਠੇ ਨੇ, ਮੇਰੇ ਖਿਆਲ 2,000 ਰੁਪਈਏ ਨਾਲ ਕੋਈ ਜ਼ਿਮੀਂਦਾਰ ਮੱਕੀ 'ਚ ਨਹੀਂ ਸ਼ਿਫਟ ਹੋਣਾ, ਤੇ ਇਸ ਕਰਕੇ ਉਹਨਾਂ ਤਾਂ ਅਸੀਂ ਵੀ ਦੇ ਰਹੇ ਹਾਂ। ਅਸੀਂ 90 ਰੁਪਈਏ ਬੀਜ ਦੇ ਹਿਸਾਬ ਨਾਲ ਸਬਸਿਡੀ ਦੇ ਰਹੇ ਹਾਂ, ਹੋਰ ਦੇ ਰਹੇ ਹਾਂ। ਉਹਦੇ ਵੱਡਾ ਚਾਹੀਦਾ। ਹਰਿਆਣੇ ਦੇ ਵਿੱਚ ਵੀ ਇਹ ਗੱਲ ਨਹੀਂ। ਸਾਨੂੰ ਜਿਹੜਾ ਜੇ ਮੱਕੀ ਦੇ ਥੱਲੇ ਰਕਬਾ ਬਦਲਣਾ ਹੈਗਾ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਸਾਰਿਆਂ ਨੇ ਕਿਹਾ ਹੈਗਾ ਕਿ ਭਾਰਤ ਸਰਕਾਰ ਨੇ 1,700 ਰੁਪਏ ਮੱਕੀ ਦਾ ਰੇਟ ਫਿਕਸ ਕਰਤਾ ਕਿ 14% ਮੋਇਸਚਰ ਹੈ, 1,700 ਰੁਪਏ ਤੁਹਾਨੂੰ ਅਸੀਂ ਦੇਵਾਂਗੇ। ਤੂੰ ਚੱਕੇਗਾ ਕੌਣ? ਜਦੋਂ ਤੁਸੀਂ ਰੇਟ ਫਿਕਸ ਕਰਨ ਵਾਲੀ ਏਜੰਸੀ, ਅਸੀਂ ਬਾਰ-ਬਾਰ ਭਾਰਤ ਸਰਕਾਰ ਨੂੰ ਲਿਖ ਰਹੇ ਹਾਂ, ਪੰਜਾਬ ਸਰਕਾਰ ਵੱਲੋਂ ਅੱਜ ਦਿਨ ਲਿਖ ਰਹੇ, 10 ਸਾਲ ਦੇ ਲਿਖ ਰਹੇ ਹਾਂ ਕਿ ਤੁਸੀਂ ਉਸਦੀ ਤੁਸੀਂ ਲਿਫਟਿੰਗ ਜਿਹੜੀ ਹੈਗੀ ਹੈ, ਪ੍ਰੋਕਿਊਰਮੈਂਟ ਉਸੇ ਤਰੀਕੇ ਨਾਲ ਕਰੋ ਜਿਸ ਤਰੀਕੇ ਨਾਲ ਕਣਕ ਤੇ ਝੋਨੇ ਦੀ ਕਰਦੇ ਹੋ। ਦੂਜੀ ਗੱਲ, ਅਸੀਂ ਲਗਾਤਾਰ ਲਿਖ ਰਹੇ ਹਾਂ ਕਿ ਮੱਕੀ ਦੇ ਵਿੱਚੋਂ ਐਥਨੋਲ ਬਣਾਇਆ ਜਾ ਸਕਦਾ, ਜਿਹੜਾ ਕਿ ਡੀਜ਼ਲ ਦੇ ਵਿੱਚ ਤੇ ਪੈਟਰੋਲ ਦੇ ਵਿੱਚ ਭਾਰਤ ਸਰਕਾਰ ਨੇ 10% ਮਿਕਸ ਕਰਨ ਦੀ ਇਜਾਜ਼ਤ ਦਿੱਤੀ। ਉਹ ਬਾਰ-ਬਾਰ ਲਿਖਣ ਦੇ ਪਿਛਲੇ ਸਾਲ ਅਲਾਓ ਕਰ ਦਿੱਤਾ, ਪਰ ਨਾਲ ਇੱਕ ਘੁੰਡੀ ਪਾਤੀ ਕਿ ਹਰੇਕ ਸਾਲ ਭਾਰਤ ਸਰਕਾਰ ਦੇ ਵਿੱਚ ਇੱਕ ਮੀਟਿੰਗ ਹੋ ਕੇ ਡਿਸਾਈਡ ਕੀਤਾ ਜਾਇਆ ਕਰੇਗਾ ਕਿ ਤੁਸੀਂ ਐਥਨੋਲ ਬਣਾਉਣਾ ਮੱਕੀ ਤੋਂ ਕਿ ਨਹੀਂ ਬਣਾਉਣਾ। ਕੋਈ ਵੀ ਇੰਡਸਟਰੀ ਜਿਹੜੀ ਹੈ ਉਹ ਨਹੀਂ ਆਉਂਦੀ ਉਸ ਤਰੀਕੇ ਨਾਲ ਜਿੰਨੀ ਦੇਰ ਤੱਕ। ਸੋ ਇਸ ਤਰ੍ਹਾਂ ਉਹਨੂੰ ਗਾਰੰਟੀ ਕੀ ਹੈ? ਗਾਰੰਟੀ ਕੀ ਹੈ ਉਹਨੂੰ? ਸੋ ਇਹ ਸਾਰੇ ਵਿਕਲਪ ਜਿਹੜੇ ਨੇ ਜੋ ਭਾਰਤ ਸਰਕਾਰ ਦੇ ਲੈਵਲ ਤੇ ਹੋਣ ਵਾਲੇ ਨੇ, ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਨੇ। ਤੁਸੀਂ ਹੁਣੇ ਗੱਲ ਕੀਤੀ ਸੀ ਕਮਾਦ ਦੀ ਕਿ ਗੰਨੇ ਦਾ ਰਕਬਾ। ਗੰਨਾ
160 ਸੈਂਟੀਮੀਟਰ ਇੱਕ ਸਾਲ ਦੇ ਵਿੱਚ ਪਾਣੀ ਪੀਂਦਾ ਹੈ, ਉਨਾ ਹੀ ਝੋਨਾ ਪੀਂਦਾ। ਸੋ ਗੰਨਾ ਦਾ ਝੋਨੇ ਦਾ ਕੋਈ ਬਦਲ ਨਹੀਂ ਹੈ, ਉਹਨਾਂ ਵਾਸਤੇ ਜ਼ਰੂਰ ਹੈ। ਗੰਨਾ ਮਹਾਰਾਸ਼ਟਰ ਸਰਕਾਰ ਨੇ ਕੀ ਕੀਤਾ, ਅਸੀਂ ਵੀ ਉਧਰਲੇ ਪਾਸੇ ਨੂੰ ਵਧ ਰਹੇ ਹਾਂ ਹੌਲੀ ਹੌਲੀ। ਉਹਨਾਂ ਨੇ ਹੁਕਮ ਕਰਤਾ ਕਿ ਮਹਾਰਾਸ਼ਟਰ ਦੇ ਵਿੱਚ ਗੰਨਾ ਤਾਂ ਲੱਗੇਗਾ ਜੇ ਡ੍ਰਿਪ ਤੇ ਲੱਗੇਗਾ। ਸੋ ਉਹਦੇ ਨਾਲ ਉਹਦਾ ਕਰਦਾ। ਐਤਕੀ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ 200 ਏਕੜ ਦੇ ਵਿੱਚ ਕਾਟਨ ਜਿਹੜੀ ਹੈ ਉਹ ਡ੍ਰਿਪ ਤੇ ਬੀਜੀ ਹੈ। ਹੁਣ ਅਸੀਂ 1000 ਏਕੜ ਮੱਕੀ ਜਿਹੜੀ ਡ੍ਰਿਪ ਤੇ ਬੀਜਣ ਜਾ ਰਹੇ ਹਾਂ, ਉਹਦੇ ਨਾਲ ਤਾਂ ਕਿ ਲੋਕਾਂ ਦੀ ਪ੍ਰੋਡਕਸ਼ਨ ਵਧੇ, ਪ੍ਰੋਡਕਟਿਵਿਟੀ ਵਧੇ, ਕੁਆਲਿਟੀ ਵਧੇ ਤੇ ਉਹਦਾ ਮੰਡੀਕਰਨ ਸੌਖਾ ਹੋ ਜਾਵੇ। ਸੋ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਸੀ ਮੰਡੀਕਰਨ ਦੀ, ਉਹ ਇੱਕ ਭਾਰਤ ਸਰਕਾਰ ਦੇ ਪਾਲੇ ਦੇ ਵਿੱਚ ਗੱਲ ਗਈ ਹੋਈ ਹੈ। ਮੈਨੂੰ ਲੱਗਦਾ ਹੈ ਕਿ ਸ਼ਾਰਟਲੀ ਉਹਦਾ ਕੋਈ ਨਾ ਕੋਈ ਹੱਲ ਨਿਕਲੇਗਾ, ਕਿਉਂਕਿ ਜੇ ਨਹੀਂ ਨਿਕਲੇਗਾ, ਜੇ ਪੰਜਾਬ ਦਾ ਪਾਣੀ ਨਾ ਰਿਹਾ ਤਾਂ ਹਿੰਦੁਸਤਾਨ ਦੇ ਵਿੱਚ ਫੂਡ ਦੀ ਸਿਕਿਉਰਿਟੀ ਤੇ ਸਰਵਾਈਵਲ ਜਿਹੜੀ ਆ ਵੱਡਾ ਇਸ਼ੂ ਬਣ ਕੇ ਸਾਹਮਣੇ ਆਏਗਾ। ਠੀਕ ਹੈ, ਹਾਂਜੀ ਥੜੀ ਸਾਹਿਬ ਜਲਦੀ ਸੇ ਦੱਸਿਓ, ਮੈਂ ਬਾਕੀਆਂ ਕੋਲ ਵੀ ਜਾਣਾ। ਇੱਕ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜੀ, ਅੱਜ ਦੇ ਪੇਪਰ ਵਿੱਚ ਹੈ ਜਿਹੜਾ ਨਰਮੇ ਦਾ ਕਹੀ ਜਾਂਦੇ ਆ ਨਾ ਵੀ ਰਕਬਾ ਵਧਿਆ, ਅੱਜ ਦਾ ਪੇਪਰ ਪੜ੍ਹੋ ਕੀ ਦੱਸਦਾ ਵੀ ਖੇਤੀਬਾੜੀ ਮਹਿਕਮੇ ਨੇ ਉਹਨੂੰ ਅੰਕੜਿਆਂ ਵਿੱਚੇ ਵਧਾਇਆ, ਹਵਾ ਵਿੱਚੇ ਟਿੰਡੇ ਲਾਏ ਹੈ। 1 ਲੱਖ ਹੈਕਟੇਅਰ ਵਾਧੂ ਦੱਸਿਆ ਵਾ, ਜਦ ਬੀਜ ਦੇ ਪੈਕਟੇਰੀ ਵਿਕੇ ਨਰਮਾ ਕਿੱਥੇ ਲੱਗਿਆ, ਉਹ ਅਸਲੀਅਤ ਆਪਣੇ ਸਾਹਮਣੇ ਆ ਜੂਗੀ। ਇਸ ਕਰਕੇ ਕਾਗਜ਼ਾਂ ਦੇ ਵਿੱਚ ਬਹੁਤਾ ਕੁਝ ਹੋ ਰਿਹਾ, ਪ੍ਰੈਕਟੀਕਲ ਕਿਸਾਨ ਵਾਸਤੇ ਹੋ ਕੁਝ ਨਹੀਂ ਰਿਹਾ। ਤੇ ਜੇ ਮੈਂ ਇੱਥੇ ਰੋਕਣਾ ਚਾਹਾਂਗਾ ਜੀ, ਸਿਰਫ ਕਿਸੇ ਅਖਬਾਰ ਦੀ ਖਬਰ ਦੇ ਉੱਤੇ ਕਿਸੇ ਪੱਤਰਕਾਰ ਨੂੰ ਉਹਨੂੰ ਮਸਾਲਾ ਲਾ ਕੇ ਵੱਡੀ ਬਣਾਉਣ ਕਰਕੇ ਨਹੀਂ ਕਰਨੀ ਚਾਹੀਦੀ। ਕੋਈ ਜੇ ਸਰਕਾਰ ਕੋਈ ਗੱਲ ਕਹਿ ਰਹੀ ਹੈ ਤਾਂ ਉਹਦੇ ਪਿੱਛੇ ਕੋਈ ਕਾਰਨ ਹੈ, ਕੋਈ ਦਲੀਲਾਂ ਨੇ, ਕੋਈ ਕਿਸੇ ਦੀ ਅਕਾਊਂਟੇਬਿਲਿਟੀ ਹੈ। ਸੋ ਉਹਨਾਂ ਗੱਲਾਂ ਤੇ ਨਹੀਂ ਜਾਣਾ ਚਾਹੀਦਾ। ਸੋ ਮੇਰੀ ਚਲੋ ਉਹ ਤਾਂ ਸਭ ਦੇ ਸਾਹਮਣੇ ਆ ਹੀ ਜਾਣਾ ਜਦੋਂ ਕਪਾਹ ਆਣਾ। ਇੱਕ ਡਾਕਟਰ ਸਾਹਿਬ ਮੈਂ ਇੱਥੇ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਜਿਹੜਾ ਸੈਂਟਰ ਪੰਜਾਬ ਦਾ ਡਾਕਟਰ ਸਾਹਿਬ ਹੋਰਾਂ ਨੇ ਗੱਲ ਕੀਤੀ ਹੈ ਨਾ ਕਿ ਉਧਰ ਸੇਮ ਇਸ ਕਰਕੇ ਆ ਗਈ, ਅੱਜ ਵੀ ਟੇਲਾਂ ਦੇ ਉੱਪਰ ਫਰੀਦਕੋਟ, ਫਿਰੋਜ਼ਪੁਰ, ਹਬੋਰ ਅੱਜ ਵੀ ਕਿਸਾਨ ਜਿਹੜਾ ਹੈਗਾ ਟੇਲਾਂ ਦੇ ਉੱਪਰ ਬੈਠਾ ਸੁੱਕੀਆਂ ਟੇਲਾਂ ਵੱਲ ਝਾਕੀ ਜਾਂਦਾ, ਕਿਤੇ ਪਾਣੀ ਨਹੀਂ ਜਾ ਰਿਹਾ। ਗੱਲ ਪੁਆਇੰਟ ਇਸ ਤੇ ਆਈਏ, ਅਸੀਂ ਸਾਰੇ ਅਦਾਰੇ ਅਸੀਂ ਅੱਜ ਇਸ ਗੱਲ ਨੂੰ ਇੱਕ ਕੋਈ ਸਕੀਮ ਬਣਾ ਲੈਂਦੇ ਆ, ਉਹਦੇ ਉੱਪਰ ਲਿਪਾ ਪੋਚੀ ਕਰੀ ਜਾਂਦੇ ਆ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਲਾਰਮਿੰਗ ਸਿਚੁਏਸ਼ਨ ਆ ਰਹੀ ਹੈ। ਜੇ ਕਿਸਾਨ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਤਾਂ ਸਾਰਿਆਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ। ਅਸੀਂ ਕਿਉਂ ਨਹੀਂ ਇਸ ਗੱਲ ਦੇ ਉੱਤੇ ਇਨਸਿਸਟ ਕਰਦੇ ਕਿ ਪੰਜਾਬ ਜਿਹੜਾ ਇੱਕ 12 ਜ਼ਿਲ੍ਹਿਆਂ ਦਾ ਪੰਜਾਬ ਜਿਹੜਾ ਹੈ ਉਹਨੂੰ ਕਨਾਲ ਵਾਟਰ ਦੇ ਨਾਲ ਅਸੀਂ ਇਰੀਗੇਟ ਕਰ ਸਕਦੇ ਹਾਂ। ਅਸੀਂ ਇਸ ਗੱਲ ਨੂੰ ਕਿਉਂ ਨਹੀਂ ਕਰਦੇ? ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੂੰਗਾ ਤੁਹਾਨੂੰ। ਸਰਦਾਰ ਜਨਮੇਜਾ ਸਿੰਘ ਸੇਖੋਂ ਸੀਗੇ ਅਕਾਲੀ ਦਲ ਦੇ ਵਿੱਚ ਸਿੰਜਾਈ ਮੰਤਰੀ। ਉਹਨਾਂ ਨੇ ਇੱਕ ਛੋਟੀ ਜੀ ਨਾ ਆਪਣੇ ਹਲਕੇ ਦੇ ਵਿੱਚ ਹੀ ਇੱਕ ਛੋਟੀ ਜੀ ਜਿਹੜਾ ਮਾਈਨਰ ਕਹਿ ਦਿੰਦੇ ਆ ਉਹਨੂੰ, ਉਹ ਬਣਾ ਕੇ ਔਰ ਉਹਨਾਂ ਨੇ ਉਹ ਕੁਝ ਪਿੰਡਾਂ ਨੂੰ ਨਾ ਉਹਦੀ ਸਹੂਲਤ ਹੋਈ। ਮੈਂ ਇਹ ਉਦਾਹਰਨ ਮੈਂ ਅਕਾਲੀ ਦਲ ਦੀ ਪ੍ਰੇਜ਼ ਨਹੀਂ ਕਰਦਾ, ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਗਰ ਪ੍ਰੈਕਟੀਕਲ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਹ ਵੀ ਬਿਲਕੁਲ ਮਤਲਬ ਹੋਰ ਗੱਲਾਂ ਦੇ ਵਿੱਚ ਪਈਆਂ ਹੋਈਆਂ ਨੇ। ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਨੂੰ ਛੱਡ ਕੇ ਹੋਰ ਪਾਸੇ ਧਿਆਨ ਹੈਗਾ। ਉਹਨਾਂ ਨੇ ਛੋਟਾ ਜਿਹਾ ਕੰਮ ਕੀਤਾ, ਉਹਨਾਂ 10 ਪਿੰਡਾਂ ਦੇ ਵਿੱਚ 20 ਪਿੰਡਾਂ ਦੇ ਵਿੱਚ ਅੱਜ ਵੀ ਜਨਮੇਜਾ ਸਿੰਘ ਸੇਖੋਂ ਦਾ ਨਾਮ ਲੈਂਦੇ ਨੇ ਲੋਕ। ਠੀਕ ਹੈ, ਜੇਕਰ ਇਹ ਪ੍ਰੈਕਟੀਕਲੀ ਕੰਮ ਕਰਨ, ਰਾਜਨੀਤਿਕ ਪਾਰਟੀਆਂ ਦਾ ਏਜੰਡਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਜਿਹੜੇ ਕਿਸਾਨ ਸੰਗਠਨ ਹੈ ਉਹਨਾਂ ਦਾ ਏਜੰਡਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਔਰ ਸਾਡੀਆਂ ਅਥਾਰਟੀਜ਼ ਦਾ ਜਿਹੜਾ ਹੈਗਾ ਉਹ ਮਤਲਬ ਇਹ ਨਹੀਂ ਹੈ ਕਿ ਜਿਹੜੀ ਪਲਾਨ ਅਸੀਂ ਕਰ ਲਿਆ ਔਰ ਉਸੇ ਦੇ ਉੱਪਰ ਅਸੀਂ ਇਨਸਿਸਟ ਕਰੀ ਜਾਈਏ ਉਹਨੂੰ ਅਸੀਂ ਲਾਂਚ ਕੀਤੀ ਕੋਈ ਸਕੀਮ, ਉਹਦਾ ਰਿਜ਼ਲਟ ਨਹੀਂ ਨਿਕਲ ਰਿਹਾ ਤਾਂ ਉਹਨੂੰ ਰਿਵਿਊ ਕੀਤਾ ਜਾ ਸਕਦਾ, ਰਿਵਿਊ ਕੀਤਾ ਜਾਣਾ ਚਾਹੀਦਾ, ਦੱਸਣਾ ਚਾਹੀਦਾ। ਹਾਂਜੀ ਉਮਿੰਦਰ ਦੱਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਾਲ ਹੀ ਮੇਰਾ ਇੱਕ ਸਵਾਲ ਵੀ ਹੈ ਕਿ ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਉਹ ਤਾਂ ਚਲੋ ਲੌਂਗ ਟਰਮ ਦੀ ਹੈ ਸੀਗੀ ਕਿ ਜਿਸ ਤਰ੍ਹਾਂ ਦਾ ਸਿਸਟਮ ਹੈ ਉਹ ਸਿਸਟਮ ਬਦਲਣਾ ਚਾਹੀਦਾ, ਪਰ ਤੁਰੰਤ ਪ੍ਰਭਾਵ ਨਾਲ ਤੁਹਾਨੂੰ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ? ਮੈਨੂੰ ਤਾਂ ਲੱਗਦਾ ਹੈ ਆਪਾਂ ਥੋੜਾ ਖੇਤੀ ਤੇ ਜ਼ਿਆਦਾ ਫੋਕਸ ਕਰ ਲਿਆ ਹੈ। ਇਹ ਸਮੱਸਿਆ ਇਕੱਲੀ ਖੇਤੀ ਦੀ ਨਹੀਂ, ਡਰਿੰਕਿੰਗ ਵਾਟਰ ਪ੍ਰੋਬਲਮ ਵਿਲੇजेस 1980 ਤੋਂ ਲੈ ਕੇ ਹੁਣ ਤੱਕ 1980 ਦੇ ਵਿੱਚ ਕੋਈ 3700 ਪਿੰਡ ਸੀ ਡਰਿੰਕਿੰਗ ਵਾਟਰ ਪ੍ਰੋਬਲਮ ਵਿਲੇजेस ਕਹੇ ਜਾਂਦੇ ਸੀ। ਅੱਜ ਪੰਜਾਬ ਦੇ ਲਗਭਗ 11850 ਪਿੰਡ ਦੇ ਆਸ-ਪਾਸ ਉਹ ਡਰਿੰਕਿੰਗ ਵਾਟਰ ਪ੍ਰੋਬਲਮ ਵਿਲੇजेस ਬਣ ਗਏ ਨੇ। ਪੰਜਾਬ ਦੇ ਵਿੱਚ ਹੁਣ ਤੱਕ 3 ਪਿੰਡਾਂ ਨੇ ਆਪਣੇ ਆਪ ਨੂੰ ਵਿਲੇਜ ਫॉर ਸੇਲ ਲਗਾਇਆ ਸੀ। ਪਿੰਡ ਹਰਕਿਸ਼ਨਪੁਰਾ 2002 ਦੇ ਵਿੱਚ, ਜ਼ਿਲ੍ਹਾ ਬਠਿੰਡਾ, ਜ਼ਿਲ੍ਹਾ ਮਾਨਸਾ ਦਾ ਪਿੰਡ ਮਲ ਸਿੰਘ ਵਾਲਾ 2005 ਔਰ ਜ਼ਿਲ੍ਹਾ ਪਟਿਆਲਾ ਦਾ ਪਿੰਡ ਮੁੱਲਾਂਪੁਰ ਜਿਹੜਾ ਹੈਗਾ 2010 ਵਿੱਚ। ਬਾਅਦ ਫਾਜ਼ਿਲਕਾ ਦੇ ਕੁਝ ਪਿੰਡਾਂ ਨੇ ਪ੍ਰੋਟੈਸਟ ਦੇ ਵਜੋਂ ਵਿਲੇਜ ਫॉर ਸੇਲ ਲਾਇਆ। ਇਹ ਸਾਰੇ ਪਿੰਡਾਂ ਦਾ ਇੱਕੋ ਕਾਮਨ ਸੀ, ਜਿਹੜਾ ਕਾਮਨ ਲਾਈਨ ਇੱਕੋ ਸੀ, ਕਾਮਨ ਥ੍ਰੈਡ ਸੀ, ਡਰਿੰਕਿੰਗ ਵਾਟਰ ਪ੍ਰੋਬਲਮ ਔਰ ਇਰੀਗੇਸ਼ਨ ਦੀ ਪ੍ਰੋਬਲਮ। ਮੈਨੂੰ ਲੱਗਦਾ ਹੈ ਕਿ ਹਰਕਿਸ਼ਨਪੁਰ ਦੇ ਲੋਕੀ ਕਹਿੰਦੇ ਕਿ ਹੁਣ ਪ੍ਰੋਬਲਮ ਸੋਲਵ ਹੋ ਗਈ ਹੈ, ਪਾਣੀ ਨਹਿਰ ਦਾ ਆ ਗਿਆ, ਲੇਕਿਨ ਵਿਲੇਜ ਫॉर ਸੇਲ ਪਿੰਡ ਵਿਕਾਊ ਹੈ, ਇਹ ਅਨਾਉਂਸ ਕਰਨਾ ਇਹ ਪਾਣੀ ਦੇ ਨਾਲ ਜੁੜਿਆ ਸੀ, ਪਹਿਲੀ ਗੱਲ। ਦੂਜਾ, ਪੰਜਾਬ ਦੇ ਵਿੱਚ ਡਰਿੰਕਿੰਗ ਵਾਟਰ ਬਹੁਤ ਵੱਡੇ ਕ੍ਰਾਈਸਿਸ ਹੈਗਾ।
ਮੈਨੂੰ ਲੱਗਦਾ ਕਿ ਪੰਜਾਬ ਮਰੂਥਲ ਬਣ ਰਿਹਾ ਜਦੋਂ ਆਪਾਂ ਕਹਿੰਦੇ ਆ ਤੇ ਆਪਾਂ ਇਹ ਵੀ ਕਹੀਏ ਕਿ ਪੰਜਾਬ ਮਰੂਥਲ ਬਣ ਰਿਹਾ ਤਾਂ ਜਿਹੜਾ ਕਿੰਨੀ ਜਗ੍ਹਾ ਆਰਓ ਦਾ ਪਾਣੀ ਵਿਕ ਰਿਹਾ, ਕਿੰਨੀ ਜਗ੍ਹਾ ਪੰਜਾਬ 'ਚ ਪਾਣੀ ਵਿਕ ਰਿਹਾ, ਇਹ ਸਾਨੂੰ ਥੋੜਾ ਹੋਲਿਸਟਿਕ ਸੋਚਣਾ ਚਾਹੀਦਾ ਹੈ। ਔਰ ਇੱਕ ਮੈਂ ਰੈਫਰੈਂਸ ਦੇਵਾਂਗਾ ਜੀ 1972 'ਚ ਇੱਕ ਕਿਤਾਬ ਛਪੀ ਸੀ ਲਿਮਿਟਸ ਟੂ ਗਰੋਥ, ਮੈਨੂੰ ਲੱਗਦਾ ਉਹ ਰਿਪੋਰਟ ਹੈ, ਤੁਹਾਨੂੰ ਸਭ ਜਾਣਦੇ ਹੋਣਗੇ। ਮੈਂ ਤਾਂ ਕਹਾਂਗਾ ਉਹ ਕਿਤਾਬ ਜਿਹੜੀ ਹੈ ਅੱਜ ਪੰਜਾਬ ਤੇ ਬੜੀ ਢੁਕਵੀਂ ਹੈਗੀ ਹੈ। ਉਹ ਕਿਤਾਬ ਦੇ ਵਿੱਚ ਸੀ ਉਹਨਾਂ ਨੇ ਕੰਪਿਊਟਰ ਸਿਮੂਲੇਟਡ ਕਰਕੇ ਡਿਟੇਲ ਕੱਢੀ ਸੀ ਉਹਦੇ ਵਿੱਚ ਕਿ ਜਿੰਨੇ ਰਿਸੋਰਸਿਸ ਅਵੇਲੇਬਲ ਨੇ ਔਰ ਜਿਹੜੀ ਕੰਜ਼ੰਪਸ਼ਨ ਹੈ ਇਹ ਪੈਟਰਨ ਚੱਲਦਾ ਰਿਹਾ ਤਾਂ ਧਰਤੀ ਕਿੰਨਾ ਸਸਟੇਨ ਕਰੇਗੀ, ਕਦ ਤੱਕ ਚਲੇਗੀ। ਮੈਨੂੰ ਲੱਗਦਾ ਹੈ ਉਹਨੇ ਜਿਹੜੀ ਵਾਰਨਿੰਗ ਦਿੱਤੀ ਸੀ ਉਹ ਪੰਜਾਬ ਤੇ ਪਹਿਲੇ ਲਾਗੂ ਹੋ ਰਹੀ ਹੈ। ਸਾਨੂੰ ਐਵੇਂ ਚੀਜ਼ ਸਮਝਣੀ ਚਾਹੀਦੀਆਂ ਨੇ ਔਰ ਥੋੜਾ ਜਿਹਾ ਸਾਨੂੰ ਆਲਟਰਨੇਟਿਵ ਮਾਡਲ ਲੱਭਣਾ ਪਏਗਾ ਜਲਦੀ। ਇਹਦੇ ਲਈ ਪੋਲੀਟੀਕਲ ਇਹਦੇ ਵਾਕਈ ਮੈਂ ਪੀਏਯੂ ਦੇ ਸਾਥੀਆਂ ਨਾਲ ਸਹਿਮਤ ਹਾਂ, ਇੱਕ ਦੂਜੇ ਨੂੰ ਦੋਸ਼ਾਰੋਪਣ ਦੀ ਗੱਲ ਨਹੀਂ ਹੈਗੀ ਔਰ ਪੋਲੀਟੀਕਲ ਪਾਰਟੀਆਂ ਨੂੰ ਵੀ ਇਕੱਠਾ ਹੋਣਾ ਪਏਗਾ ਹੁਣ ਜਰਾ। ਔਰ ਇੱਕ ਗੱਲ ਆਖਰੀ ਗੱਲ ਕਵਾਂਗਾ, ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਹੈਗਾ ਕਿ ਪੰਨੂ ਸਾਹਿਬ ਬੈਠੇ ਨੇ ਤੇ ਆਪਾਂ ਪੰਨੂ ਸਾਹਿਬ ਦੇ ਦੁਆਲੇ ਹੋ ਜਾਈਏ ਕਿ ਸਰਕਾਰ ਸਰਕਾਰ ਸਰਕਾਰ, ਸਮਾਜ ਦੀ ਵੀ ਜ਼ਿੰਮੇਵਾਰੀ ਹੈਗੀ ਹੈ। ਠੀਕ ਹੈ, ਸਾਰਿਆਂ ਦੀ ਜ਼ਿੰਮੇਵਾਰੀ ਹੈਗੀ। ਇੱਕ ਆਖਰੀ ਸਵਾਲ ਪੰਨੂ ਸਾਹਿਬ ਤੁਹਾਡੇ ਤੋਂ, ਕਿਤੇ ਨਾ ਕਿਤੇ ਇਸ ਚਲੋ ਇਸ ਡਿਬੇਟ ਦਾ ਇੱਕ ਹਵਾਲਾ ਲੈ ਲੈਂਦੇ ਆ। ਇਹ ਲੱਗਦਾ ਹੈ ਕਿ ਪੀਏਯੂ ਜਾਂ ਹੋਵੇ ਜਾਂ ਤੁਹਾਡਾ ਡਿਪਾਰਟਮੈਂਟ ਹੋਵੇ ਜਾਂ ਕਿਸਾਨ ਭਾਈਚਾਰਾ ਹੋਵੇ, ਇਹਨਾਂ ਦੇ ਵਿੱਚ ਇੱਕ ਕਾਮਨ ਲਾਈਨ ਜਾਂ ਕਾਮਨ ਏਜੰਡਾ ਜਾਂ ਕਾਮਨ ਸੋਚ ਜਿਹੜੀ ਹੈ ਉਹ ਕਿਤੇ ਨਾ ਕਿਤੇ ਮਿਸਿੰਗ ਹੈਗੀ ਹੈ। ਉਹਦੇ ਕਰਕੇ ਹੀ ਸ਼ਾਇਦ ਸਮੱਸਿਆਵਾਂ ਜ਼ਿਆਦਾ ਵੱਡਾ ਰੂਪ ਲੈ ਲੈਂਦੀਆਂ ਨੇ। ਇਹ ਸਾਰੇ ਸਮਾਜ ਦੇ ਵਿੱਚ ਮੈਂ ਹਰਪ੍ਰੀਤ ਜੀ ਦੱਸਣਾ ਚਾਹਾਂਗਾ ਕਿ ਪਿੱਛੇ ਜੇ US ਦੇ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਪਹਿਲੀ ਜਨਰੇਸ਼ਨ ਆ ਦੁਨੀਆ ਦੀ ਜਿਹੜੀ ਕਲਾਈਮੇਟ ਚੇਂਜ ਨੂੰ ਫੇਸ ਕਰ ਰਹੇ ਹਾਂ ਤੇ ਲਾਸਟ ਜਨਰੇਸ਼ਨ ਹੈ ਜਿਹਦੇ ਕੋਲ ਕੋਈ ਹੱਲ ਹੈ ਇਹਦਾ। ਇਸ ਤੋਂ ਬਾਅਦ ਹੱਲ ਵੀ ਕਿਸੇ ਕੋਲੇ ਨਹੀਂ ਹੋਣਾ। ਸੋ ਇਹ ਤੁਸੀਂ ਡਾਇਵਰਜੈਂਟ ਵਿਊਜ਼ ਦੀ ਗੱਲ ਕਰਦੇ ਆ ਜਿਹੜੇ, ਜਦੋਂ ਅਸੀਂ ਕਿਸਾਨ ਆਗੂਆਂ ਨਾਲ ਗੱਲ ਕਰਦੇ ਆ ਕਿ ਜੇ 1 ਜੂਨ ਤੋਂ ਝੋਨਾ ਲਾਉਣ ਦੀ ਤੁਸੀਂ ਗੱਲ ਕਰਦੇ ਹੋ ਆਪਾਂ ਖਤਮ ਹੋ ਜਾਾਂਗੇ, ਬੜੀ ਛੇਤੀ ਖਤਮ ਹੋ ਜਾਾਂਗੇ ਕਿਸਾਨ ਦਾ, ਤਾਂ ਅਸੀਂ ਕਿਤੇ ਨਾ ਕਿਤੇ ਅਸੀਂ ਆਪਸ 'ਚ ਸੰਵਾਦ ਰਚਾਉਂਦੇ ਆ ਪਰ ਨਹੀਂ ਕਈ ਵਾਰੀ ਗੱਲ ਬਣਦੀ। ਇਹਨਾਂ ਗੱਲਾਂ ਦੇ ਉੱਤੇ ਥੇੜੀ ਸਾਹਿਬ ਨਾਲ ਸਾਡੀ ਜਿਹੜੀ ਮੁਲਾਕਾਤ ਹੋਈ, ਗੱਲ ਇਹ ਹੋਈ ਕਿ ਜੀ ਜੇ ਅਸੀਂ 1 ਜੂਨ ਤੋਂ ਨਹੀਂ ਲਾਉਂਦੇ ਜਾਂ 10 ਜੂਨ ਤੋਂ ਨਹੀਂ ਲਾਉਂਦੇ ਤਾਂ ਸਾਡੀ ਨਮੀ ਦੀ ਸਮੱਸਿਆ ਹੁੰਦੀ ਹੈ। ਤਾਂ ਅਸੀਂ ਗੱਲ ਕਰਦੇ ਹਾਂ ਵੀ ਆਪਾਂ ਨਮੀ ਬਾਰੇ ਗੱਲ ਕਰੀਏ, ਨਾ ਕਿ ਪਾਣੀ ਬਾਰੇ ਗੱਲ ਕਰੀਏ, ਪਾਣੀ ਨਾ ਮਾਰੀਏ। ਸੋ ਸਾਨੂੰ ਕਿਤੇ ਨਾ ਕਿਤੇ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਕਿ ਸਾਰੇ ਸਮਾਜ ਨੂੰ ਸਿਰ ਜੋੜ ਕੇ ਇਕੱਠਾ ਹੋਣਾ ਪੈਣਾ। ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ, ਉਹਦੇ ਸਾਰੇ ਐਕਸਪਰਟਸ ਬੁਲਾਏ ਸੀ, ਬਾਹਰਲੇ ਮੁਲਕਾਂ ਬਾਹਰਲੀ ਸਟੇਟਾਂ ਤੋਂ ਵੀ ਬੁਲਾਏ ਗਏ ਤੇ ਸਾਰਿਆਂ ਨੇ ਸਿਰ ਜੋੜ ਕੇ ਇਹੀ ਗੱਲ ਕਹੀ ਹੈ ਕਿ ਇੱਕ ਆਲ ਪਾਰਟੀ ਮੀਟਿੰਗ ਬੁਲਾ ਲਓ, ਸਾਰੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਇਸ ਸਮੱਸਿਆ ਦਾ ਕੋਈ ਨਾ ਕੋਈ ਸੋਲਵ ਕਰੀਏ, ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਰਿਸੋਰਸ ਜਿਹੜਾ ਉਹ ਪਾਣੀ ਹੈ। ਜੇ ਪਾਣੀ ਖਤਮ ਹੋ ਗਿਆ ਤਾਂ ਕਿਸਾਨੀ ਵੀ ਖਤਮ, ਲੋਕ ਵੀ ਖਤਮ, ਸਿਵਲਾਈਜੇਸ਼ਨ ਵੀ ਖਤਮ। ਸਾਰੀ ਦੀ ਸਾਰੀ ਸਿਵਲਾਈਜੇਸ਼ਨ ਖਤਮ ਕਰਨ ਦਾ ਆਪਣੀ ਜਨਰੇਸ਼ਨ ਦੇ ਉੱਤੇ ਅਸੀਂ ਜ਼ਿੰਮੇਵਾਰੀ ਪਾ ਕੇ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੇ। ਬਿਲਕੁਲ, ਜੀਵਨ ਦੀ ਹੋਂਦ ਆਪਣੇ ਆਪ ਹੀ ਅਸੀਂ ਖਤਮ ਕਰ ਰਹੇ ਹਾਂ। ਮੇਰੇ ਕੋਲ ਟਾਈਮ ਘੱਟ ਹੈ, ਥੋੜੀ ਸਭ ਜਲਦੀ ਕੁਝ ਸੈਕਿੰਡ ਹੈ ਮੇਰੇ ਕੋਲ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਵੀ ਪਾਣੀ ਦੇ ਘਾਟੇ ਦਾ ਜ਼ਿੰਮੇਵਾਰ ਕਿਸਾਨ ਨੂੰ ਇਹ ਕਿਉਂ ਬਣਾਇਆ ਜਾਂਦਾ ਹੈ? ਨਹੀਂ, ਕਿਸਾਨ ਨੂੰ ਕਿਉਂ ਬਣਾਇਆ ਜਾਂਦਾ? ਕਿਸਾਨ ਸਿਰਫ 70 ਤੋਂ 75 ਦਿਨ ਝੋਨੇ ਨੂੰ ਪਾਣੀ ਲਾਉਂਦਾ ਹੈ। ਕਿਸਾਨ ਇੱਕ ਜ਼ਰੀਆ ਬਣ ਗਿਆ, ਜ਼ਿੰਮੇਵਾਰ ਪਾਣੀ ਲੱਗਿਆ ਹੀ ਹੈ ਨਹੀਂ। ਚਲੋ ਜ਼ਿੰਮੇਵਾਰ ਕਿਸਾਨ ਜ਼ਰੀਆ ਬਣ ਗਿਆ ਨਾ। ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਕਾਰਖਾਨੇ ਲੱਗੇ ਐ, ਕਰੋੜਾਂ ਦੀ ਆਬਾਦੀ ਸ਼ਹਿਰਾਂ 'ਚ ਬੈਠੀ ਹੈ, ਉਹ ਕਿੰਨਾ ਪਾਣੀ ਜਾਇਆ ਕਰਦੇ ਆ ਜਿਹੜਾ ਪਾਣੀ ਚੱਲ ਰਿਹਾ ਹੈ। ਤੁਹਾਡੀ ਸਾਰੀ ਗੱਲ ਠੀਕ ਹੈ, ਤੁਹਾਡੀ ਸਾਰੀ ਗੱਲ ਠੀਕ ਹੈ, ਪਰ ਜਿਹੜਾ 96% ਦਾ ਅੰਕੜਾ ਉਹ ਜ਼ਿਆਦਾ ਗੰਭੀਰ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਫਿਕਰ ਸਾਰਿਆਂ ਨੂੰ ਹੈ, ਚਿੰਤਾ ਸਾਰਿਆਂ ਨੂੰ ਹੈ, ਹੱਲ ਕੱਢਣਾ ਬੜਾ ਯਕੀਨੀ ਹੈ ਔਰ ਹੱਲ ਕੱਢਣ ਦੇ ਲਈ ਕੋਸ਼ਿਸ਼ਾਂ ਵੀ ਜਾਰੀ ਨੇ, ਪਰ ਜਿਸ ਪੱਧਰ ਤੇ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਨੇ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਮੀ ਹੈਗੀ ਹੈ। ਜੇ ਹੁਣ ਨਾ ਸੰਭਲੇ ਤਾਂ ਕਦੇ ਸੰਭਲਣ ਦਾ ਮੌਕਾ ਵੀ ਨਹੀਂ ਮਿਲਣਾ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।